दोहरा केतक दिन बीते बहुर बैठे सभा मजार करर बाबी कीर्तन सुंदर शब्द उचार। वाहिगुरु जी का खालसा वाहिगुरु जी की फतेह। परम सत्कारयोग सन्मानयोग गुरु स्वरूप गुरु खालसा साध संगत जीओ, वड्डियां भागां वाले हो। नेता प्रति सतगुरु श्री गुरु ग्रंथ साहिब जी महाराज जी की पवित्र हजूरी च नतमस्तक हो के साहिबे कमाल कलगीधर पंथ दे वाली श्री गुरु गोबिंद सिंह साहिब जी महाराज जी के इतिहास की चल रही लड़ीवार कथा बहुत ही अदब सत्कार सहित सरवण करते हो। कलगीधर पातशाह जी महाराज जी ने खालसे की वडियाई की है, खालसे ते बख्शिशां कीतियां ने। दस्सिया है कि खालसे पद दे विच ही खालसे की वडियाई है। खालसे पद दे अर्थ महाराज गरीब नवाज पातशाह ने दसे ने। आख्या खालसे दा राज होवेगा। ਸਿੰਘਾਂ ने बेनती की महाराज आने वाले समय च की वरतारा है। सतगुरां दसिया कलयुग दा वरतारा है। ये भी दसिया कि किवें कलयुग गुरु नानक साहब दे दर्शन करन लई सतगुरां दे चरणां च आया सी कि कलयुग विच जीव इंद्रियां दे रसी होणगे। इंद्रियां दा रस उन्हां नूं भावेगा, आत्म रस नहीं आवेगा। उन्हां नूं कोई विरला ही होवेगा जिहड़ा आत्म रस माणेगा। कलगीधर पातशाह जी महाराज समुचे पंथ ते किरपा कर रहे ने। भविखत बचन दसे ने किवें औरंगजेब दे मरण तो बाद इन्हां दे राज विच खड़बड़ाहट होवेगी। काबल तो दुरानी चढ़ के आउणगे, उधरों दक्षिण दिशा वालों मरट्टे चढ़ के आउणगे। किवें खालसा भी उस अबदाली दा दुरानी दा राह रोकेगा। ये सारे भविखत बचन गुरु कलगीधर जी ने खालसे नाल बह के कीते ने। आओ मन बिरतियां एकाग्र करिए, कलगीधर जी दे पवित्र चरनां विच अपनियां सुरतियां बिरतियां जोड़िए। एकाग्रता बनाउण निमित्त समूह माई भाई आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा केतक दिन बीते बहुर बैठे सभा मजार। कुछ दिन सतगुरु कलगीधर पातशाह जी ने इसे तरह संगतां नूं दर्शन दिदारे देंदियां श्री आनंदपुर साहब विखे बतीत कीते हन। एक दिन महाराज जी अपनी सभा विच दीवान विच बैठे संगतां नूं दर्शन दे रहे ने। करर बाबी कीर्तन सुंदर शब्द उचार। महाराज जी दे रबाबी भाई सद्दू ते भाई मद्दू जी महाराज जी दी पावन अमृतमय गुरबाणी दा कीर्तन गायन कर रहे ने।
ਬਹੁਤ ਹੀ ਸੁੰਦਰ ਅੰਮ੍ਰਿਤਮਈ ਸ਼ਬਦ ਸਤਿਗੁਰੂ ਜੀ ਦੀ ਬਾਣੀ ਦੇ ਗਾਇਨ ਕਰਕੇ ਸੁਣਾ ਰਹੇ ਹਨ। ਚੌਪਈ ਰਾਮ ਕੋਇਰ ਨਿਜ ਤਿਆਗ ਸਮਾਦ। ਕਲਗੀਧਰ ਜੀ ਦੀ ਕਥਾ ਸੁਣਾਉਂਦਿਆਂ ਕੱਲ ਆਪ ਜੀ ਨੇ ਸੁਣਿਆ ਹੈ ਕਿ ਭਾਈ ਸਾਹਿਬ ਭਾਈ ਰਾਮ ਕੋਇਰ ਜੀ ਦੀ ਸਮਾਧੀ ਲੱਗ ਗਈ ਸੀ। ਕੁਝ ਸਮੇਂ ਬਾਅਦ ਭਾਈ ਸਾਹਿਬ ਜੀ ਆਪਣੀ ਸਮਾਧੀ ਤੋਂ ਬਾਹਰ ਆਏ ਨੇ, ਸਮਾਧੀ ਤਿਆਗੀ ਹੈ। ਹਿਰਦੇ ਧਿਆਨ ਤਰ ਗੁਰੂ ਆਗਾਦ। ਭਾਈ ਰਾਮ ਕੋਇਰ ਜੀ ਨੇ ਆਪਣੇ ਹਿਰਦੇ ਵਿੱਚ ਆਗਾਦ ਸਤਿਗੁਰੂ ਸ੍ਰੀ ਗੁਰੂ ਕਲਗੀਧਰ ਜੀ ਦੇ ਪਾਵਨ ਸਰੂਪ ਦਾ ਧਿਆਨ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੈ। ਸਿੱਖ ਸੰਗਤ ਗਨ ਸਿੰਘ ਜਸ਼ਰੋਤਾ। ਕਿਉਂਕਿ ਭਾਈ ਸਾਹਿਬ ਰੋਜ਼ ਕਥਾ ਕਰਦੇ ਸੀ, ਸਿੰਘ ਤੇ ਸੰਗਤਾਂ ਸੁਣਦੀਆਂ ਸਨ। ਜਿੰਨੇ ਮਹਾਰਾਜ ਜੀ ਦੇ ਪਿਆਰੇ ਸਿੰਘ ਨੇ ਔਰ ਸੰਗਤਾਂ ਸਰੋਤਾ ਬਣ ਕੇ ਭਾਈ ਸਾਹਿਬ ਜੀ ਦੇ ਕੋਲੋਂ ਕਥਾ ਸੁਣਦੇ ਨੇ, ਉਹ ਸਾਰੇ ਭਾਈ ਰਾਮ ਕੋਇਰ ਸਾਹਿਬ ਜੀ ਕੋਲ ਹਾਜ਼ਰ ਹੋਏ। ਭਾਈ ਸਾਹਿਬ ਜੀ ਕਲਗੀਧਰ ਜੀ ਦੀ ਪਵਿੱਤਰ ਅੰਮ੍ਰਿਤ ਕਥਾ ਸੁਣਾਉਂਦੇ ਹਨ। ਸੁਨ ਸੁਨ ਸਭ ਕੇ ਆਨੰਦ ਉਦੋਤਾ। ਜਿਹੜਾ ਵੀ ਮਹਾਰਾਜ ਜੀ ਦੀ ਕਥਾ ਸੁਣਦਾ ਹੈ, ਸੁਣਨ ਵਾਲੇ ਸਰੋਤਿਆਂ ਦੇ ਹਿਰਦਿਆਂ 'ਚ ਆਨੰਦ ਉਤਪੰਨ ਹੁੰਦਾ ਹੈ। ਭਾਰੀ ਆਨੰਦ ਤੇ ਖੇੜੇ ਨਾਲ ਸਰੋਤਿਆਂ ਦੇ ਹਿਰਦੇ ਭਰ ਜਾਂਦੇ ਨੇ। ਗੁਰੂ ਸਾਹਿਬ ਜੀ ਦੀ ਕਥਾ ਹੀ ਇਸੇ ਐਸੀ ਸੁੰਦਰ ਹੈ, ਪਿਆਰੀ ਹੈ। ਜਿਹੜਾ ਵੀ ਕੋਈ ਸਰੋਤਾ ਸੁਰਤ ਲਾ ਕੇ ਇਕਾਗਰਤਾ ਨਾਲ ਸੁਣਦਾ ਹੈ, ਉਹਦੇ ਪਾਸੋਂ ਮਹਾਰਾਜ ਜੀ ਦੀ ਅੰਮ੍ਰਿਤ ਕਥਾ ਦਾ ਫਿਰ ਤਿਆਗ ਨਹੀਂ ਹੋ ਸਕਦਾ। ਉਹਦੇ ਚਿੱਤ ਵਿੱਚ ਹਮੇਸ਼ਾ ਉਡੀਕ ਰਹਿੰਦੀ ਹੈ, ਕਦੋਂ ਫਿਰ ਕੱਲ ਦਾ ਸਮਾਂ ਆਵੇ ਤੇ ਸਤਿਗੁਰਾਂ ਦੀ ਕਥਾ ਸੁਣੀਏ। ਇਹੋ ਜਿਹੀ ਚੇਟਕ ਤੇ ਇਹੋ ਜਿਹਾ ਰਸ ਲੱਗ ਜਾਂਦਾ ਮਹਾਰਾਜ ਜੀ ਦੀ ਕਥਾ ਦਾ। ਤੋ ਸਤਿਗੁਰਾਂ ਦੀ ਅੰਮ੍ਰਿਤਮਈ ਕਥਾ ਸੁਣ ਕੇ ਸਰੋਤਿਆਂ ਦੇ ਹਿਰਦਿਆਂ ਵਿੱਚ ਆਨੰਦ ਉਪਜਦਾ। ਭਾਈ ਸਾਹਿਬ ਭਾਈ ਰਾਮ ਕੋਇਰ ਜੀ ਬ੍ਰਹਮ ਗਿਆਨੀ ਜੀ ਕਥਾ ਕਰਦੇ ਹਨ। ਸਤਿਗੁਰ ਕਥਾ ਕਰਨ ਲਗ ਪਾਈ। ਸਤਿਗੁਰੂ ਜੀ ਦੀ ਪਵਿੱਤਰ ਕਥਾ ਭਾਈ ਸਾਹਿਬ ਸੁਣਾਉਣ ਲੱਗੇ। ਗੁਰ ਸੇਵਕ ਕੇ ਤਨ ਮਨ ਪਾਈ। ਗੁਰੂ ਕੇ ਜਿਹੜੇ ਸੇਵਕ ਨੇ ਮਹਾਰਾਜ ਜੀ ਦੀ ਪਵਿੱਤਰ ਕਥਾ, ਉਹਨਾਂ ਦੇ ਤਨਾਂ ਤੇ ਮਨਾਂ ਨੂੰ ਪਾਈ ਤੇ ਭਾਈ ਵਿੱਚ ਬੜਾ ਫਰਕ ਹੋ ਜਾਂਦਾ ਹੈ। ਪੱਪੇ ਨਾਲ ਕਹੋ ਤੇ ਪਾਈ ਦਾ ਮਤਲਬ ਪਾ ਲਿਆ, ਤੇ ਪੱਪੇ ਨੂੰ ਭੱਬੇ ਨਾਲ ਉਚਾਰਨ ਕਰੋ ਤੇ ਭਾਈ ਦਾ ਮਤਲਬ ਹੁੰਦਾ ਪਾਉਣਾ। ਗੁਰੂ ਕੇ ਸੇਵਕਾਂ ਦੇ ਤਨਾਂ ਤੇ ਮਨਾਂ ਨੂੰ ਮਹਾਰਾਜ ਜੀ ਦੀ ਕਥਾ ਭਾਉਂਦੀ ਹੈ। ਭਗਤ ਗਿਆਨ ਤੇ ਪੂਰਨ ਜੋਈ। ਮਹਾਰਾਜ ਜੀ ਦੀ ਜਿਹੜੀ ਪਵਿੱਤਰ ਕਥਾ ਹੈ ਉਹ ਭਗਤੀ ਤੇ ਗਿਆਨ ਨਾਲ ਭਰੀ ਹੋਈ ਹੈ। ਉਹਦੇ ਵਿੱਚ ਭਗਤੀ ਵੀ ਹੈ, ਉਹਦੇ ਵਿੱਚ ਗਿਆਨ ਵੀ ਹੈ। ਭਗਤੀ ਔਰ ਗਿਆਨ ਦੇ ਨਾਲ ਭਰੀ ਹੋਈ ਹੈ। ਸਿੱਖੀ ਅਰ ਵਿਰਾਗ ਮੈਂ ਹੋਈ ਪੱਬੇ ਨਾਲ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਪਵਿੱਤਰ ਕਥਾ ਹੈ, ਉਹਦੇ ਵਿੱਚ ਗੁਰਸਿੱਖੀ ਵੀ ਆ ਔਰ ਉਹਦੇ ਵਿੱਚ ਵਿਰਾਗ ਵੀ ਮਿਲਿਆ ਹੋਇਆ। ਸਤਿਗੁਰਾਂ ਦੀ ਕਥਾ ਵਿੱਚ ਜਿੱਥੇ ਭਗਤੀ ਹੈ, ਮਹਾਰਾਜ ਜੀ ਦੀ ਕਥਾ ਵਿੱਚ ਗਿਆਨ ਹੈ, ਸਿੱਖੀ ਹੈ, ਵਿਰਾਗ ਹੈ। ਇਹ ਸਾਰੀਆਂ ਦਾਤਾਂ ਉਹਨੂੰ ਪ੍ਰਾਪਤ ਹੁੰਦੀਆਂ ਜਿਹੜਾ ਮਹਾਰਾਜ ਜੀ ਦੀ ਇਸ ਪਵਿੱਤਰ ਕਥਾ ਨੂੰ ਸੁਣਦਾ। ਭਗਤੀ ਵੀ ਪ੍ਰਾਪਤ ਹੁੰਦੀ ਹੈ, ਗਿਆਨ ਵੀ, ਸਿੱਖੀ ਵੀ ਔਰ ਵਿਰਾਗ ਵੀ। ਔਰ ਪਰਮਾਰਥ ਦੇ ਰਸਤੇ ਤੇ ਚੱਲਣ ਲਈ ਇਹ ਸਾਰੀਆਂ ਦਾਤਾਂ ਚਾਹੀਦੀਆਂ ਨੇ। ਮਹਾਰਾਜ ਜੀ ਦੀ ਕਥਾ ਵਿੱਚ ਭਗਤੀ ਵੀ ਹੈ। ਜਦੋਂ ਗੁਰਸਿੱਖ ਮਹਾਰਾਜ ਜੀ ਦੀ ਸੇਵਾ ਕਰਦੇ ਨੇ, ਟਹਿਲ ਕਰਦੇ ਨੇ, ਤਾਂ ਉਦੋਂ ਭਗਤੀ ਭਾਵ ਸਫੁਰਤ ਹੁੰਦਾ। ਜਦੋਂ ਕਲਗੀਧਰ ਜੀ ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ, ਉਦੋਂ ਗਿਆਨ ਹੈ। ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖਾਂ ਦੀ ਸਿੱਖੀ ਵੇਖਦੇ ਨੇ, ਸਿੱਖ ਸਿੱਖੀ ਦੀ ਕਮਾਈ ਕਰਦੇ ਨੇ, ਭਾਈ ਦਇਆ ਸਿੰਘ ਜੀ ਵਰਗੇ, ਭਾਈ ਧਰਮ ਸਿੰਘ ਜੀ ਵਰਗੇ ਗੁਰਮੁਖ ਗੁਰਸਿੱਖ, ਤਾਂ ਉਦੋਂ ਸਿੱਖੀ ਦਾ ਵੀ ਪਤਾ ਲੱਗਦਾ। ਫਿਰ ਮਹਾਰਾਜ ਜੀ ਦੀ ਕਥਾ ਵਿੱਚ ਆਤੋ ਦਰਜੇ ਦਾ ਵਿਰਾਗ ਵੀ ਹੈ। ਜਦੋਂ ਮਹਾਰਾਜ ਜੀ ਮਾਛੀਵਾੜੇ ਦੇ ਜੰਗਲਾਂ 'ਚ ਆ ਕੇ ਕਹਿੰਦੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਮਹਾਰਾਜ ਜੀ ਦੀ ਇਸ ਪਾਵਨ ਕਥਾ ਦੇ ਵਿੱਚ ਵਿਰਾਗ ਵੀ ਮਿਲਿਆ ਹੋਇਆ। ਸੱਦੂ ਮੱਦੂ ਦੋਨੋਂ ਭਰਾਤਾ। ਭਾਈ ਸੱਦੂ ਜੀ ਔਰ ਭਾਈ ਮੱਦੂ ਜੀ, ਇਹ ਦੋਵੇਂ ਭਰਾ ਸਨ ਤੇ ਕਲਗੀਧਰ ਜੀ ਦੇ ਰਬਾਬੀ ਕੀਰਤਨੀਏ ਸਨ। ਮਹਾਰਾਜ ਜੀ ਦੇ ਦਰਬਾਰ ਦੇ ਇਹ ਰਬਾਬੀ ਕੀਰਤਨੀਏ ਹਨ। ਗਾਵੇ ਰਾਗ ਸੁਰਨ ਕੇ ਗਿਆਤਾ। ਇਹ ਸੁਰਾਂ ਦੇ ਗਿਆਤਾ ਨੇ। ਇਹਨਾਂ ਨੂੰ ਸੁਰਾਂ ਦਾ ਬੜਾ ਬੋਧ ਹੈ। ਕਿਹੜੀ ਸੁਰ ਦੀ ਸਾਧਨਾ ਕਿਸ ਤਰੀਕੇ ਨਾਲ ਕਰੀਦੀ ਹੈ,
ਕਿਹੜੀ ਸੁਰ ਰਾਗ ਦੇ ਵਿੱਚ ਕਿਸ ਵੇਲੇ ਕਿੱਥੇ ਲਾਉਣੀ ਹੈ, ਕਿੱਥੇ ਨਹੀਂ ਲਾਉਣੀ, ਵਰਜਿਤ ਕਿਹੜੀ ਹੈ, ਉਹ ਸਾਰੀ ਵਿਦਿਆ ਇਹਨਾਂ ਨੂੰ ਰਾਗਾਂ ਦੀ ਆਉਂਦੀ ਹੈ। ਸਾਧਕ ਨੇ ਸੁਰਾਂ ਦੀ ਵੀ ਸਾਧਨਾ ਹੁੰਦੀ ਹੈ। ਗੁਰੂ ਖਾਲਸਾ ਜੀ ਚੰਗੇ ਰਾਗ ਵਿਦਿਆ ਨੂੰ ਜਾਣਨ ਵਾਲੇ ਰਾਗੀ ਸਿੰਘ ਜਾਣਦੇ ਹਨ ਕਿ ਜਦੋਂ ਸੁਰ ਦੀ ਸਾਧਨਾ ਹੁੰਦੀ ਹੈ ਤਾਂ ਉਸ ਸੁਰ ਦੇ ਨਾਲ ਨਾਲ ਜਿਹੜੀ ਸਾਜ਼ ਦੀ ਸੁਰ ਹੁੰਦੀ, ਆਵਾਜ਼ ਉਹਦੇ ਵਿੱਚੋਂ ਨਿਕਲਦੀ ਹੈ ਨਾ, ਉਹ ਆਪਣੇ ਗਲੇ ਵਿੱਚੋਂ ਵੀ ਨਿਕਲੀ ਹੋਈ ਆਵਾਜ਼ ਉਸ ਆਵਾਜ਼ ਨਾਲ ਬਿਲਕੁਲ ਇੱਕ ਮਿਕ ਹੋ ਜਾਏ, ਨਾ ਪਤਾ ਲੱਗੇ ਵੀ ਇਹ ਆਵਾਜ਼ ਕੰਠ ਵਿੱਚੋਂ ਆ ਰਹੀ ਹੈ ਜਾਂ ਸਾਜ਼ ਵਿੱਚੋਂ ਆ ਰਹੀ ਹੈ, ਉਹਨੂੰ ਕਹਿੰਦੇ ਨੇ ਐਨ ਪੂਰੀ ਸੁਰ ਦੀ ਸਾਧਨਾ। ਬਹੁਤ ਸਾਰੇ ਗੁਰਸਿੱਖ ਰਾਗੀ ਸਿੰਘ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨ ਤੋਂ ਬਾਅਦ ਚੌਂਕੜਾ ਮਾਰ ਕੇ ਆਪਣਾ ਸਾਜ਼ ਲੈ ਕੇ 2-2 3-3 ਘੰਟੇ ਬਹਿ ਕੇ ਫਿਰ ਸੁਰ ਸਾਧਨਾ ਕਰਦੇ ਹਨ। ਉਹਦੇ ਨਾਲ ਕੰਠ ਵਿੱਚ ਵੀ ਰਸ ਆਉਂਦਾ ਹੈ ਔਰ ਸੁਰਾਂ ਦੀ ਜਿਹੜੀ ਸਾਧਨਾ ਹੈ ਉਹ ਭਗਤੀ ਹੈ ਇੱਕ ਪ੍ਰਕਾਰ ਦੀ। ਗੁਰੂ ਖਾਲਸਾ ਜੀ ਸੁਰਾਂ ਨੂੰ ਸਾਧਣਾ ਇਹ ਭਗਤੀ ਹੈ। ਤੋ ਇਹੋ ਜਿਹੀ ਭਗਤੀ ਕਰਨ ਵਾਲੇ ਸਾਨੇ ਜਿਹੜੇ ਭਾਈ ਸੱਦੂ ਤੇ ਭਾਈ ਮੱਦੂ ਜੀ ਹਨ, ਰਾਗਾਂ ਦੇ ਔਰ ਸੁਰਾਂ ਦੇ ਬੜੇ ਗਿਆਤਾ ਹਨ। ਕਰੀ ਬਿਲਾਵਲ ਚੌਂਕੀ ਚਾਰ। ਮਹਾਰਾਜ ਜੀ ਦੇ ਦਰਬਾਰ ਵਿੱਚ 11 ਸ਼ਬਦ ਚੌਂਕੀਆਂ ਹੁੰਦੀਆਂ ਸਨ, ਉਹਨਾਂ ਵਿੱਚੋਂ ਇੱਕ ਬਿਲਾਵਲ ਦੀ ਚੌਂਕੀ ਹੈ। ਆਸਾ ਜੀ ਦੀ ਵਾਰ ਤੋਂ ਬਾਅਦ ਜਿਹੜੀ ਸਵੇਰੇ 7-8 ਵਜੇ ਗਾਇਨ ਹੁੰਦੀ ਹੈ ਨਾ, ਕਥਾ ਤੋਂ ਬਾਅਦ ਜਿਹੜੀ ਚੌਂਕੀ ਲੱਗਦੀ ਹੈ ਉਹਨੂੰ ਬਿਲਾਵਲ ਦੀ ਚੌਂਕੀ ਕਹਿੰਦੇ ਹਨ। ਤੋ ਭਾਈ ਸੱਦੂ ਤੇ ਮੱਦੂ ਜੀ ਨੇ ਅੱਜ ਬਿਲਾਵਲ ਦੀ ਚੌਂਕੀ ਦਾ ਕੀਰਤਨ ਕੀਤਾ ਹੈ। ਬਿਲਾਵਲ ਦੀ ਚੌਂਕੀ ਦਾ ਮਤਲਬ ਹੈ ਵੀ ਬਿਲਾਵਲ ਰਾਗ ਤੇ ਸ਼ਬਦ ਵੀ ਬਿਲਾਵਲ ਰਾਗ ਦਾ, ਉਹ ਬਿਲਾਵਲ ਰਾਗ ਦੇ ਵਿੱਚ ਗਾਇਨ ਕਰਨੇ, ਉਹਨਾਂ ਸ਼ਬਦਾਂ ਨੂੰ ਪਿਆਰ ਸਹਿਤ ਗਾਇਨ ਕਰਕੇ ਸੰਗਤਾਂ ਨੂੰ ਸਰਵਣ ਕਰਾਉਣੇ। ਉਹ ਬਿਲਾਵਲ ਦੀ ਚੌਂਕੀ ਭਾਈ ਸੱਦੂ ਤੇ ਮੱਦੂ ਨੇ ਗਾਇਨ ਕੀਤੀ ਹੈ। ਭੋਗ ਪਾਏ ਅਰਦਾਸ ਉਚਾਰ। ਭੋਗ ਪਾ ਕੇ ਬਿਲਾਵਲ ਦੀ ਚੌਂਕੀ ਦੀ ਅਰਦਾਸ ਹੋਈ। ਪਿਛੇ ਸਿੰਘਨ ਬਿਨਤੀ ਕੀਨ। ਸਿੰਘ ਮਹਾਰਾਜ ਜੀ ਦੀ ਸਭਾ 'ਚ ਬੈਠੇ ਨੇ। ਸਿੰਘਾਂ ਨੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਕਲਗੀਧਰ ਜੀ ਦੇ ਚਰਨਾਂ 'ਚ ਬੇਨਤੀ ਕੀਤੀ। ਸਕਲ ਕਲਾ ਸਮਰਥ ਪਰਬੀਨ। ਕਹਿਣ ਲੱਗੇ, ਹੇ ਸਤਿਗੁਰੂ ਜੀ ਤੁਸੀਂ ਸਰਬ ਕਲਾ ਸਮਰੱਥ ਹੋ, ਪਰਬੀਨ ਹੋ, ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਹੋ, ਬੁੱਝਣ ਵਾਲੇ ਅੰਤਰਜਾਮੀ ਹੋ। ਕਲ ਮਹਿ ਕਰਿਓ ਖਾਲਸਾ ਵੀਰ। ਆਪ ਜੀ ਨੇ ਕਲੀ ਕਾਲ ਦੇ ਇਸ ਸਮੇਂ ਵਿੱਚ ਵੀਰ ਖਾਲਸਾ ਯੋਧਾ ਸੂਰਮਿਆਂ ਦਾ ਜਿਹੜਾ ਇਹ ਖਾਲਸਾ ਪੰਥ ਹੈ ਇਹ ਆਪ ਜੀ ਨੇ ਸਾਜਿਆ ਹੈ। ਯੋਧਿਆਂ ਦਾ ਇਹ ਖਾਲਸਾ ਪੰਥ ਆਪ ਜੀ ਨੇ ਕਲੀ ਕਾਲ ਦੇ ਸਮੇਂ ਵਿੱਚ ਸਾਜਿਆ ਹੈ। ਸਭ ਤੇ ਉਤਮ ਗੁਣੀ ਗਹੀਰ। ਸਭ ਤੋਂ ਉੱਤਮ ਹੈ, ਗੁਣੀ ਹੈ, ਗਹੀਰ ਮਤਲਬ ਗਹਿਰਾ ਹੈ। ਜਿਹੜਾ ਪੰਥ ਆਪ ਜੀ ਨੇ ਸਾਜਿਆ ਖਾਲਸਾ ਪੰਥ, ਇਹ ਖਾਲਸਾ ਪੰਥ ਮਹਾਰਾਜ ਜੀ ਦੁਨੀਆ ਦੇ ਸਾਰੇ ਪੰਥਾਂ ਤੋਂ ਨਿਰਾਲਾ ਹੈ, ਬੜਾ ਗਹਿਰਾ ਗੰਭੀਰ ਹੈ। ਇਹਦੇ ਵਿੱਚ ਬਹੁਤ ਜ਼ਿਆਦਾ ਗਹਿਰਾਈ ਆਪ ਜੀ ਦੇ ਸਾਜੇ ਨਵਾਜੇ ਪੰਥ ਵਿੱਚ। ਦੋਹਰਾ ਸਰਬ ਸ਼੍ਰੋਮਣ ਖਾਲਸਾ ਰਚਿਓ ਪੰਥ ਸੁਖਦਾਏ। ਦੁਨੀਆ ਦੇ ਜਿੰਨੇ ਪੰਥ ਨੇ ਉਹਨਾਂ ਸਾਰੇ ਪੰਥਾਂ ਵਿੱਚੋਂ ਸਭ ਤੋਂ ਸ਼੍ਰੋਮਣੀ ਪੰਥ ਖਾਲਸਾ ਪੰਥ ਹੈ। ਸਤਿ ਸ੍ਰੀ ਅਕਾਲ। ਸਰਬ ਸ਼੍ਰੋਮਣ ਖਾਲਸਾ ਰਚਿਓ ਪੰਥ ਸੁਖਦਾਏ। ਇਹ ਜਿਹੜਾ ਪੰਥ ਆਪ ਜੀ ਨੇ ਖਾਲਸਾ ਸਾਜਿਆ ਮਹਾਰਾਜ, ਇਹ ਪੰਥ ਸੁਖ ਦੇਣ ਵਾਲਾ ਪੰਥ ਹੈ। ਦੁਨੀਆ ਦੇ 2 ਪੰਥ ਦੱਸੇ ਜਾਂਦੇ, ਇੱਕ ਹਿੰਦੂਆਂ ਦਾ, ਇੱਕ ਮੁਸਲਮਾਨਾਂ ਦਾ, ਪਰ ਆਪ ਜੀ ਦਾ ਇਹ ਪੰਥ ਦੋਨਾਂ ਤੋਂ ਨਿਰਾਲਾ ਹੈ। ਦਹੋਂ ਪੰਥ ਮੈਂ ਕਪਟ ਵਿਦਿਆ ਚਲਾਨੀ, ਬਹੁਰ ਤੀਸਰਾ ਪੰਥ ਕੀਜਾ ਪ੍ਰਧਾਨੀ। ਉਨ ਹਿੰਦੂ ਤੁਰਕਨ ਤੇ ਨਿਆਰਾ, ਰਚਿਓ ਖਾਲਸਾ ਪੰਥ ਕਰਾਰਾ। ਮਹਾ ਤੇਗ ਸੀ ਦੰਗੇ ਭਾਜ, ਲੜਨ ਮਰਨ ਤੇ ਕਰੇ ਨਾ ਲਾਜ। ਇਹੋ ਜਿਹਾ ਖਾਲਸਾ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਸਾਜਿਆ, ਜਿਹੜਾ ਦੁਨੀਆ ਦੇ ਸਾਰੇ ਧਰਮਾਂ 'ਚ ਸ਼੍ਰੋਮਣੀ ਪੰਥ ਹੈ। ਬਿਨ ਇੱਕ ਗੰਧੇ ਤੋਮਤੇ ਜਗ ਮਹਿ ਅਧਿਕ ਸੁਹਾਏ। ਇਹ ਗੰਦੇ ਧੂਏ ਤੋਂ ਰਹਿਤ ਹੈ। ਬਿਨ ਇੱਕ ਗੰਦੇ ਧੂਮ ਤੇ, ਇੱਕ ਖਾਲਸਾ ਪੰਥ ਹੈ ਜਿਹੜਾ ਗੰਦੇ ਧੂਏ ਤੋਂ ਬਚਿਆ ਹੋਇਆ। ਜਗਤ ਝੂਠ ਦਾ, ਤਮਾਕੂ ਦਾ, ਹੁੱਕਾ ਆਦਿਕ ਜਿਹੜੀਆਂ
ਭਾਰਤ ਖੰਡ ਦੀ ਭੂਮੀ ਤੇ ਹਿੰਦੂਆਂ ਦੇ ਵਿੱਚੋਂ ਵੀ ਬਹੁਤ ਸਾਰੇ ਮਤ ਨੇ ਜਿਹੜੇ ਧੂਆਂ ਪੀਂਦੇ ਹਨ, ਤਮਾਕੂ ਪੀਂਦੇ ਨੇ, ਹੁੱਕੇ ਪੀਂਦੇ ਨੇ। ਮੁਸਲਮਾਨਾਂ ਦੇ ਵਿੱਚ ਵੀ ਤਮਾਕੂ ਨਾਲ ਹੀ ਵਿਹਤ ਹੈ। ਉਹ ਪਾਨ ਖਾਣੇ ਆਦਿ ਏਦਾਂ ਦੀਆਂ ਭੈੜੀਆਂ ਕੁਰੀਤੀਆਂ 'ਚ ਪ੍ਰਵਿਰਤ ਨੇ। ਪਰ ਗੁਰੂ ਕਾ ਖਾਲਸਾ ਪੰਥ ਇਸ ਗੰਦੇ ਧੂਏ ਤੋਂ ਬਚਿਆ ਹੋਇਆ। ਮਹਾਰਾਜ ਜੀ ਨੇ ਇਹੋ ਜਿਹਾ ਪੰਥ ਸਾਜਿਆ ਹੈ। ਖਾਲਸੇ ਪੰਥ ਦੇ ਵਿੱਚ ਕਿਤੇ ਵੀ ਵਿਹਤ ਨਹੀਂ ਹੈ। ਪਿੱਛੇ ਕਥਾ ਆਈ ਹੈ ਤਮਾਕੂ ਕਿਵੇਂ ਪੈਦਾ ਹੋਇਆ ਸੀ। ਮਹਾਰਾਜ ਜੀ ਨੇ ਤਾਂ ਇੱਥੋਂ ਤੱਕ ਵੀ ਕਿਹਾ ਵੀ ਜੇ ਮਨ ਵਿੱਚ ਇਹਦੀ ਸਿਮਰਤੀ ਆ ਜਾਏ ਤਾਂ ਫਿਰ ਉਸ ਵੇਲੇ ਤੀਰਥ ਇਸ਼ਨਾਨ ਕੀਤਿਆਂ ਜਾ ਕੇ ਇਸ ਦੇ ਹਿਰਦਾ ਪਵਿੱਤਰ ਹੁੰਦਾ ਹੈ। ਕੇਵਲ ਚੇਤਾ ਹੀ ਕਰ ਲਈਏ। ਜੇ ਕਿਤੇ ਰਾਹ ਜਾਂਦਿਆਂ ਸਰੀਰ ਨੂੰ ਛੂ ਜਾਏ ਤੇ 5 ਇਸ਼ਨਾਨ ਕਰਨੇ ਪੈਂਦੇ ਆ ਕਿਸੇ ਤੀਰਥ 'ਚ ਜਾ ਕੇ, ਤਾਂ ਸਰੀਰ ਪਵਿੱਤਰ ਹੁੰਦਾ ਹੈ। ਤੇ ਜਿਹੜਾ ਇਹਦੀ ਵਰਤੋਂ ਕਰਦਾ ਉਹਦੇ ਤਾਂ ਕਹਿੰਦੇ ਪਿੱਤਰ ਵੀ ਧੱਕੇ ਮਾਰ ਕੇ ਦੇਵ ਲੋਕ 'ਚੋਂ ਬਾਹਰ ਕੱਢ ਦਿੱਤੇ ਜਾਂਦੇ ਹਨ। ਇਹ ਖਾਲਸਾ ਪੰਥ ਇੱਕ ਗੰਦੇ ਧੂਏ ਤੋਂ, ਆ ਜਿਹੜਾ ਗੰਦਾ ਧੂਆਂ ਹੈ ਜਗਤ ਜੂਠ ਦਾ, ਇਹਦੇ ਤੋਂ ਬਚਿਆ ਹੋਇਆ ਸਾਰੇ ਜਗਤ ਵਿੱਚ ਸੋਭਨੀਕ ਹੈ, ਸੁਹਾਉਂਦਾ ਹੈ। ਅੱਜ ਇਹ ਕਹਿ ਰਹੇ ਨੇ ਕਿ ਜੀ ਇਹ ਤਮਾਕੂ ਕੈਂਸਰ ਕਰਦਾ ਹੈ। ਅੱਜ ਦੱਸਦੇ ਨੇ ਨਾ ਇਹ ਡਾਕਟਰ, ਅੱਜ ਐਡਾਂ ਦਿੰਦੇ ਨੇ ਵੀ ਇਹ ਜਗਤ ਝੂਠ ਹੈ, ਇਹ ਤਮਾਕੂ ਹੈ, ਬੜੀ ਭਿਆਨਕ ਬਿਮਾਰੀ ਕੈਂਸਰ ਨੂੰ। ਹਰ ਸਾਲ ਹਜ਼ਾਰਾਂ ਦੀ ਗਿਣਤੀ 'ਚ ਲੋਕ ਤਮਾਕੂ ਦੇ ਨਾਲ ਹੋਈ ਕੈਂਸਰ ਨਾਲ ਮਰਦੇ ਨੇ ਹਰ ਸਾਲ, ਹਰ ਵਰੇ। ਇਹ ਅੱਜ ਪੇ ਦੱਸਦੇ ਨੇ। ਪਰ ਕਲਗੀਧਰ ਪਾਤਸ਼ਾਹ ਨੇ 350 ਸਾਲ ਪਹਿਲਾਂ ਹੀ ਇਹ ਬਚਨ ਕਹਿ ਦਿੱਤੇ ਸਨ, ਖਾਲਸਾ ਜੀ ਇਹ 4 ਬੱਜਰ ਕੁਰੈਤਾਂ 'ਚ ਇੱਕ ਬੱਜਰ ਕੁਰੈਤ ਹੈ, ਇਹਦਾ ਤਿਆਗ ਰੱਖਣਾ ਹੈ। ਉਹਦੇ ਅਧਿਆਤਮਿਕ ਕਾਰਨ ਵੀ ਦੱਸੇ ਨੇ, ਪਿੱਛੇ ਕਥਾ ਆਪ ਜੀ ਨੇ ਸੁਣੀ ਹੈ। ਬਾਹਰੀ ਸਰੀਰਕ ਕਾਰਨ ਵੀ ਦੱਸੇ ਨੇ ਵੀ ਕਿੰਨਾ ਨੁਕਸਾਨ ਕਰਦਾ, ਤੇ ਅਧਿਆਤਮਿਕ ਤੌਰ ਤੇ ਉਹਨੂੰ ਮੰਤਰ ਹੀ ਨਹੀਂ ਫੁਰਦਾ ਜਿਹੜਾ ਇਹਦਾ ਸੇਵਨ ਕਰਦਾ। ਉਹਦੇ ਹੱਥ ਦਾ ਪਾਣੀ ਵੀ ਸ਼ਰਾਬ ਦੇ ਤੁੱਲ ਹੋ ਜਾਂਦਾ ਹੈ। ਇਸ ਕਰਕੇ ਕੇਵਲ ਖਾਲਸਾ ਪੰਥ ਹੈ ਜਿਹੜਾ ਇਸ ਗੰਦੇ ਧੂਏ ਤੋਂ ਬਚਿਆ ਹੋਇਆ ਸਾਰੇ ਜਗਤ ਦੇ ਵਿੱਚ ਸ਼ੋਭਨੀਕ ਹੁੰਦਾ ਹੈ। ਪੂਛੈ ਪਰਮ ਸੁਪ੍ਰੇਮ ਕਰ ਰਹਿਣੀ ਕੋ ਬਿਰਤੰਤ। ਗੁਰੂ ਕੇ ਸਿੱਖ ਹੱਥ ਜੋੜ ਕੇ ਬੜੇ ਪ੍ਰੇਮ ਨਾਲ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੂੰ ਪੁੱਛਦੇ ਨੇ, ਮਹਾਰਾਜ ਖਾਲਸੇ ਦੀ ਸਾਨੂੰ ਹੋਰ ਰਹਿਣੀ ਦੱਸੋ, ਖਾਲਸੇ ਦੀ ਮਰਿਆਦਾ ਦੱਸੋ, ਖਾਲਸੇ ਪੰਥ ਦੀ ਰਹਿਤ ਬਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਦੱਸੋ। ਏਦਾਂ ਸਤਿਗੁਰਾਂ ਨੂੰ ਬੇਨਤੀ ਕਰਦੇ ਨੇ। ਤਿਸ ਕੋ ਦੇਵੇ ਕਿਮ ਰਹਿ ਕੈਸੇ ਵਰਤੋ ਸੰਤ। ਖਾਲਸਾ ਕਿਸ ਨੂੰ ਦੇਵੇ, ਯਾਨੀ ਕਿ ਦਾਨ ਕਿਸ ਨੂੰ ਕਰੇ। ਖਾਲਸਾ ਸੰਸਾਰ ਵਿੱਚ ਕਿਵੇਂ ਰਹੇ, ਕਿਵੇਂ ਵਿਚਰੇ। ਤੇ ਕੋਈ ਮਹਾਤਮਾ, ਕੋਈ ਸਾਧੂ ਸੰਤ ਹੋਵੇ ਤੇ ਉਹਦੇ ਨਾਲ ਖਾਲਸਾ ਕਿਵੇਂ ਵਰਤੇ, ਇਹ ਮਹਾਰਾਜ ਜੀ ਆਪ ਜੀ ਸਾਨੂੰ ਦੱਸੋ। ਗੁਰੂ ਕਹੈ ਸੁਣ ਖਾਲਸਾ ਕੇਸ ਪਾਹੁਲੀ ਮੁਕਤ। ਮਹਾਰਾਜ ਜੀ ਕਹਿਣ ਲੱਗੇ, ਖਾਲਸਾ ਜੀ ਸੁਣੋ, ਜਿਸ ਨੇ ਕੇਸ ਧਾਰਨ ਕੀਤੇ ਨੇ, ਕੇਸਾ ਧਾਰੀ ਹੈ ਔਰ ਪਾਹੁਲ ਧਾਰਨ ਕੀਤੀ ਹੋਈ ਹੈ, ਮਹਾਰਾਜ ਜੀ ਕਹਿੰਦੇ ਹੋ ਇਹ ਸੰਸਾਰ ਵਿੱਚ ਰਹਿੰਦਾ ਹੋਇਆ ਵੀ ਸੰਸਾਰ ਤੋਂ ਮੁਕਤ ਹੈ। ਕੇਸਾ ਧਾਰੀ ਹੈ, ਪਾਹੁਲ ਧਾਰਨ ਕੀਤੀ ਹੋਈ ਹੈ ਔਰ ਮਰਿਆਦਾ ਦੇ ਵਿੱਚ ਰਹਿੰਦਾ ਹੈ। ਇਹ ਨਹੀਂ ਵੀ ਕੱਲੀ ਪਾਹੁਲ ਧਾਰਨ ਕੀਤੀ ਤੇ ਕੇਸਾ ਧਾਰੀ, ਅੱਗੇ ਉਹ ਵੀ ਬਚਨ ਆਉਣੇ ਆ। ਮਰਿਆਦਾ ਨਾ ਰੱਖੇ, ਰਹਿਣੀ ਬਹਿਣੀ ਵਿੱਚ ਨਾ ਰਹੇ, ਜੋ ਗੁਰੂ ਪਾਤਸ਼ਾਹ ਨੇ ਦੱਸੀ ਹੈ ਉਹ ਨਹੀਂ। ਇੱਥੇ ਉਹਨਾਂ ਦੀ ਗੱਲ ਹੋ ਰਹੀ ਹੈ ਜਿਹੜੇ ਕੇਸਾ ਧਾਰੀ ਨੇ ਔਰ ਪਾਹੁਲ ਦੇ ਧਾਰਨੀ ਨੇ। ਮਹਾਰਾਜ ਜੀ ਦੀ ਦੱਸੀ ਮਰਿਆਦਾ ਅਨੁਸਾਰ ਚੱਲਦੇ ਨੇ, ਉਹ ਮੁਕਤ ਹਨ। ਖੰਡ ਕੀ ਸਭ ਤੇ ਪਲੀ ਕੈ ਚਰਨਨ ਕੀ ਜੁਗਤ। ਮਹਾਰਾਜ ਜੀ ਦੇ ਸਮੇਂ 2 ਪੌਲਾਂ ਸਨ, ਕਿਉਂਕਿ ਪਹਿਲਾਂ ਖੰਡੇ ਦੀ ਪੌਲ ਚੱਲਦੀ ਸੀ, ਪਹਿਲਾਂ ਚਰਨ ਪੌਲ ਚੱਲਦੀ ਸੀ, ਫਿਰ ਸਤਿਗੁਰਾਂ ਨੇ ਖੰਡੇ ਦੀ ਪੌਲ ਦੀ ਮਰਿਆਦਾ ਟੋਰੀ। ਇਸ ਕਰਕੇ ਗੁਰਦੇਵ ਕਹਿ ਰਹੇ ਨੇ, ਕਹਿੰਦੇ ਖੰਡੇ ਦੀ ਪੌਲ ਸਭ ਤੋਂ ਭਲੀ ਹੈ। ਜਾਂ ਜਿਨ੍ਹਾਂ ਨੇ ਪਹਿਲਾਂ ਚਰਨ ਪੌਲ ਛਕੀ, ਇਹ ਨਹੀਂ ਕਿਹਾ ਵੀ ਤੁਸੀਂ ਮਾੜਾ ਕੀਤਾ ਕਿਉਂ ਛਕੀ ਹੋਈ ਹੈ। ਮਹਾਰਾਜ ਕਹਿੰਦੇ ਉਹ ਵੀ ਭਲੇ ਨੇ, ਕਿਉਂਕਿ ਉਹ ਮਰਿਆਦਾ ਸੀ ਪੰਥ ਦੀ ਪਹਿਲਾਂ ਚਰਨ ਪੌਲ ਦੀ। ਹਾਂਜੀ। ਜੁਗ ਜੁਗ ਮੈਂ ਹਮ ਅਵਤਰਮ ਆਪਣੇ ਭਗਤਨ ਕਾਜ। ਮਹਾਰਾਜ ਜੀ ਕਹਿੰਦੇ ਹਰ ਯੁੱਗ ਦੇ ਵਿੱਚ ਅਸੀਂ ਸੰਸਾਰ ਚ ਅਵਤਰਤ ਹੁੰਨੇ ਆਪਣੇ ਭਗਤਾਂ ਦੇ ਕਾਰਜ ਕਰਨ ਲਈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰਖਦਾ ਆਇਆ RAM ਰਾਜ।
ਹਰ ਯੁੱਗ ਵਿੱਚ ਮਹਾਰਾਜ ਜੀ ਕਹਿੰਦੇ ਅਸੀਂ ਸੰਸਾਰ ਦੇ ਵਿੱਚ ਅਵਤਰਤ ਹੁੰਦੇ ਹਾਂ। ਭਗਵਾਨ ਕ੍ਰਿਸ਼ਨ ਜੀ ਨੇ ਵੀ ਕਿਹਾ ਸੀ, ਅਰਜਨ ਜਦੋਂ ਜਦੋਂ ਸੰਸਾਰ ਦੇ ਵਿੱਚ ਧਰਮ ਦੇ ਉੱਤੇ ਗਿਲਾਨੀ ਹੁੰਦੀ ਹੈ, ਤਦੋਂ ਤਦੋਂ ਮੈਂ ਸੰਸਾਰ ਦੇ ਵਿੱਚ ਅਵਤਰਤ ਹੋ ਕੇ ਆਉਂਦਾ ਧਰਮ ਨੂੰ ਉਭਾਰਨ ਵਾਸਤੇ। ਉਹ ਤਾਂ ਵਿਸ਼ਨੂੰ ਜੀ ਦੇ 16 ਕਲਾ ਅਵਤਾਰ ਸਨ, ਪਰ ਕਲਗੀਧਰ ਜੀ ਪਾਰ ਬ੍ਰਹਮ ਪਰਮੇਸ਼ਰ ਦੇ ਅਨੰਤ ਕਲਾਵਾਂ ਦੇ ਅਵਤਾਰ ਨੇ। ਮਹਾਰਾਜ ਜੀ ਕਹਿੰਦੇ ਜਦੋਂ ਜਦੋਂ ਵੀ ਭਗਤਾਂ ਦੀ ਰਾਖੀ ਕਰਨੀ ਹੋਵੇ, ਸੰਤ ਉਭਾਰਨੇ ਹੋਣ, ਦੁਸ਼ਟਾਂ ਨੂੰ ਜੜੋਂ ਪੁੱਟਣਾ ਹੋਵੇ, ਉਦੋਂ ਉਦੋਂ ਅਸੀਂ ਮਾਤ ਲੋਕ ਦੀ ਧਰਤੀ ਤੇ ਭਗਤਾਂ ਦੇ ਕਾਰਜ ਕਰਨ ਲਈ ਆਉਂਦੇ ਹਾਂ। ਰਹਿਣੀ ਰਹਿ ਸੋ ਖਾਲਸਾ ਸੋ ਮੇਰੋ ਸਿਰ ਤਾਜ। ਮਹਾਰਾਜ ਜੀ ਕਹਿੰਦੇ ਜਿਹੜਾ ਰਹਿਣੀ ਵਿੱਚ ਰਹੇਗਾ ਉਹ ਖਾਲਸਾ ਹੈ, ਤੇ ਰਹਿਣੀ ਵਿੱਚ ਰਹਿਣ ਵਾਲਾ ਖਾਲਸਾ ਮੇਰੇ ਸਿਰ ਦਾ ਤਾਜ ਹੈ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਜਿਹੜਾ ਖਾਲਸਾ ਰਹਿਣੀ ਵਿੱਚ ਰਹੇਗਾ, ਗੁਰੂ ਦੀ ਦੱਸੀ ਹੋਈ ਮਰਿਆਦਾ ਵਿੱਚ ਰਹੇਗਾ, ਉਹ ਖਾਲਸਾ ਮਹਾਰਾਜ ਜੀ ਕਹਿੰਦੇ ਮੇਰੇ ਸਿਰ ਦਾ ਤਾਜ ਹੈ। ਤਰੇ ਕੇਸ ਪਾਹੁਲ ਬਿਨਾ ਭੇਖੀ ਮੂਰਖ ਸਿੱਖ। ਜਿਹੜਾ ਪਹੁਲ ਤੋਂ ਬਿਨਾ ਕੇਵਲ ਕੇਸ ਰੱਖੇ, ਪਹੁਲ ਨਾ ਛਕੇ, ਉਹ ਭੇਖੀ ਹੈ, ਉਹ ਮੂਰਖ ਹੈ। ਇਹ ਬਚਨ ਕਿਉਂ ਕਹੇ ਜਾ ਰਹੇ ਨੇ? ਜਦੋਂ ਸਿੱਖ ਰਿਆਸਤਾਂ ਦਾ ਸਮਾਂ ਸੀ, ਉਦੋਂ ਬੜਿਆਂ ਨੇ ਭੇਖ ਵਾਸਤੇ ਸਿੱਖ ਕੇਸ ਰੱਖੇ ਸਨ, ਪਹੁਲ ਨਹੀਂ ਸੀ ਛਕੀ। ਉਹ ਕੇਸ ਰੱਖ ਕੇ ਧਿਆਨ ਸਿੰਘ ਡੋਗਰੇ ਵਰਗੇ, ਹੀਰਾ ਸਿੰਘ ਵਰਗੇ ਆ ਕੇ ਰਾਜਿਆਂ ਕੋਲ ਨੌਕਰੀਆਂ ਕਰਦੇ ਰਹੇ। ਉਹਨਾਂ ਨੇ ਸਾਰਾ ਰਾਜ ਭਾਗ ਨਸ਼ਟ ਕੀਤਾ। ਇਸ ਕਰਕੇ ਗੁਰਦੇਵ ਨੇ ਇਸ਼ਾਰਾ ਕਰ ਦਿੱਤਾ, ਬਹੁਤੇ ਨੇ ਜਿਹੜੇ ਕੇਵਲ ਕੇਸ ਇਸ ਕਰਕੇ ਰੱਖਦੇ ਨੇ ਕਿ ਸਾਡਾ ਸਵਾਰਥ ਸਿੱਧ ਹੋ ਜਾਏਗਾ, ਰਾਜਿਆਂ ਸਿੱਖ ਰਾਜਿਆਂ ਦੇ ਕੋਲ ਜਾ ਕੇ ਨੌਕਰੀ ਕਰਨ ਵਾਸਤੇ। ਹੁਣ ਵੀ ਅੱਜ ਵੀ ਵਰਤਮਾਨ ਦੇ ਸਮੇਂ ਵਿੱਚ ਬਹੁਤ ਨੇ ਐਸੇ ਜਿਹੜੇ ਕੇਵਲ ਕੇਸ ਇਸ ਕਰਕੇ ਰੱਖਦੇ ਨੇ, ਜਾਂ ਪਹੁਲ ਵੀ ਇਸ ਕਰਕੇ ਛਕਦੇ ਨੇ ਕਿ ਚਲੋ ਸਾਨੂੰ ਕਿਤੇ ਨਾ ਕਿਤੇ ਗੁਰਦੁਆਰੇ 'ਚ ਨੌਕਰੀ ਮਿਲ ਜਾਏਗੀ। ਐਸੇ ਹੁਣ ਵੀ ਨੇ, ਅੱਜ ਦੇ ਸਮੇਂ ਵਿੱਚ ਵੀ ਨੇ। ਮਹਾਰਾਜ ਜੀ ਕਹਿੰਦੇ ਜਿਹੜੇ ਇਹੋ ਜਿਹੇ ਨੇ ਵਪਾਰੀ, ਕੇਵਲ ਕੇਸ ਰੱਖੇ ਨੇ, ਪਹੁਲ ਨਹੀਂ ਛਕੀ, ਔਰ ਕੇਵਲ ਭੇਖ ਵਿਖਾ ਕੇ ਆਪਣਾ ਸਵਾਰਥ ਸਿੱਧ ਕਰਨ ਲਈ ਕੇਸ ਰੱਖੇ ਨੇ, ਭੇਖ ਵਿਖਾਉਣ ਲਈ, ਉਹ ਮੂਰਖ ਹੈ। ਮੇਰਾ ਦਰਸ਼ਨ ਨਹੀਂ ਤਿਸ। ਮਹਾਰਾਜ ਜੀ ਕਹਿੰਦੇ ਉਹ ਮੇਰਾ ਸਿੱਖ ਨਹੀਂ ਹੈ, ਉਹਨੂੰ ਕਦੇ ਮੇਰੇ ਦਰਸ਼ਨ ਨਹੀਂ ਹੋ ਸਕਦੇ ਇਹੋ ਜੇ ਭੇਖੀ ਨੂੰ। ਪਾਪੀ ਤਿਆਗੇ ਸਿੱਖ। ਕਹਿੰਦੇ ਇਹੋ ਜੇ ਸਿੱਖ ਨੂੰ, ਪਾਪੀ ਨੂੰ ਤਿਆਗ ਦੇਣਾ ਚਾਹੀਦਾ ਸਿੱਖਾਂ ਨੂੰ। ਜਿਹੜਾ ਕੇਵਲ ਭੇਖੀ ਸਿੱਖ ਹੈ ਨਾ, ਜਿਹਨੇ ਸਿੱਖੀ ਕੇਵਲ ਭੇਖ ਵਾਸਤੇ ਧਾਰਨ ਕੀਤੀ ਆ, ਗੁੰਮਰਾਹ ਕਰਨ ਲਈ ਸਿੱਖਾਂ ਨੂੰ, ਕਹਿੰਦੇ ਇਹੋ ਜੇ ਭੇਖੀ ਸਿੱਖ ਦਾ ਤਿਆਗ ਮੇਰੇ ਸਿੱਖ ਕਰ ਦੇਣ। ਏਕ ਮਜਬ ਰਹਿਣਾ ਭਲਾ। ਇੱਕ ਮਜਬ ਚ ਰਹੋ। ਜੇ ਗੁਰੂ ਕਿਉ ਤੇ ਗੁਰੂ ਕੇ ਬਣ ਕੇ ਰਹਿਣਾ ਹੈ, ਜੇ ਗੁਰੂ ਪੰਥ ਵਿੱਚ ਹੋ ਤੇ ਗੁਰੂ ਪੰਥ ਵਿੱਚ ਹੀ ਰਹਿਣਾ। ਇੱਕ ਮਜਬ ਦੇ ਧਾਰਨੀ ਹੋ ਕੇ ਰਹਿਣਾ, ਇੱਕ ਧਰਮ ਦੇ ਵਿੱਚ ਪਰਪੱਕ ਰਹਿਣਾ। ਦੋ ਮੈਂ ਰਹਿ ਨ ਕੋਈ। ਇਹ ਨਹੀਂ ਕਿ ਦੂਜਾ ਕੋਈ ਮਿਲਿਆ ਤੇ ਦੂਜੇ ਨਾਲ ਵੀ ਜਾ ਰਲਿਆ, ਨਹੀਂ। ਜੇ ਸਿੱਖ ਹੈ ਤੇ ਸਿੱਖ ਹੀ ਰਹਿ, ਜੇ ਕੋਈ ਮੁਸਲਮਾਨ ਆ ਤਾਂ ਮੁਸਲਮਾਨ ਹੀ ਰਹੇ, ਜੇ ਕੋਈ ਹਿੰਦੂ ਆ ਤੇ ਆਪਣੇ ਧਰਮ 'ਚ ਪਰਪੱਕ ਰਹੇ। ਇਹ ਨਹੀਂ ਵੀ ਚਲੋ ਉਧਰ ਵੀ ਪੈਰ ਰੱਖ ਲਈਏ ਤੇ ਉਧਰ ਵੀ ਰੱਖ ਲਈਏ, ਦੋਵੇਂ ਪਾਸੇ ਗੱਲ ਨਹੀਂ ਬਣਨੀ, ਨਾ ਇੱਧਰ ਜੋਗਾ ਨਾ ਉਧਰ ਜੋਗਾ। ਦੋ ਬੇੜੀਆਂ ਤੇ ਸਵਾਰ ਨਹੀਂ ਕਦੇ ਪਾਰ ਉਤਰਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਦੋ ਦਾ ਤਿਆਗ ਕਰੇ, ਹਮੇਸ਼ਾ ਇੱਕ ਵਿੱਚ ਪਰਪੱਕ ਰਹੇ। ਜਦੋਂ ਭਾਈ ਮੰਝ ਜੀ ਆਏ ਨਾ ਗੁਰੂ ਅਰਜਨ ਸਾਹਿਬ ਕੋਲ, ਮਹਾਰਾਜ ਜੀ ਨੂੰ ਕਹਿਣ ਲੱਗੇ ਮਹਾਰਾਜ ਮੈਨੂੰ ਸਿੱਖ ਬਣਾ ਲਓ। ਮਹਾਰਾਜ ਜੀ ਕਹਿੰਦੇ ਮੰਝ, ਜਿਹੜਾ ਘਰ 'ਚ ਥਾਂ ਬਣਾਈ ਬੈਠਾ 100 ਸੁਹਾਗਣ ਦੀ, ਪਹਿਲਾਂ ਤਾਂ ਤੂੰ ਉਹਦਾ ਸਿੱਖ ਹੈ, ਨਾਲੇ ਸਾਡਾ ਸਿੱਖ ਬਣਨਾ ਚਾਹੁੰਦਾ। ਜਾਂ ਉਹਦਾ ਬਣ ਜਾ ਜਾਂ ਸਾਡਾ ਬਣ ਜਾ। ਕਹਿੰਦਾ ਜੀ 7 ਵਜਨ ਘਰ ਗਿਆ, ਪਹਿਲਾਂ ਉਹ ਘਰੋਂ ਥਾਂ ਢਾਈ, ਜਿਹੜੀ ਘਰ ਜਗ੍ਹਾ ਬਣਾਈ ਹੋਈ ਸੀ, ਉਹ ਢਾ ਕੇ ਸਾਰੀ ਮੈਦਾਨ ਬਣਾ ਕੇ ਫਿਰ ਮਹਾਰਾਜ ਜੀ ਕੋਲ ਆਇਆ। ਉੱਥੇ ਸੰਕੇਤ ਸੀ ਵੀ ਜੇ ਗੁਰੂ ਨਾਨਕ ਦੀ ਸ਼ਰਨ ਆਇਆ ਤੇ ਫਿਰ ਗੁਰੂ ਕਾ ਬਣ ਕੇ ਰਹਿ।
ਇਹ ਨਹੀਂ ਵੀ ਜਿੱਥੇ ਗਿਆ ਉਹੋ ਜਿਹਾ ਹੀ ਹੋ ਗਿਆ। ਗੰਗਾ ਗਿਆ ਤਾਂ ਗੰਗਾ ਰਾਮ, ਜਮਨਾ ਗਿਆ ਤਾਂ ਜਮਨਾ ਦਾਸ। ਮਹਾਰਾਜ ਭਗਤ ਨਾਮਦੇਵ ਜੀ ਨੂੰ ਸੁਲਤਾਨ ਨੇ ਫੜ ਲਿਆ। ਮੁਸਲਮਾਨ ਸੁਲਤਾਨ ਸੀ। ਸੁਲਤਾਨ ਨੇ ਭਗਤ ਨਾਮਦੇਵ ਜੀ ਨੂੰ ਆਖਿਆ, ਨਾਮਦੇਵ ਤੈਨੂੰ ਆਪਣਾ ਧਰਮ ਛੱਡ ਕੇ ਖੁਦਾ ਖੁਦਾ ਕਹਿਣਾ ਪੈਣਾ, ਸਾਡਾ ਇਸਲਾਮ ਕਬੂਲ ਕਰ। ਭਗਤ ਨਾਮਦੇਵ ਜੀ ਨੇ ਆਖਿਆ, ਸੁਲਤਾਨ ਐਸਾ ਨਹੀਂ ਹੁੰਦਾ, ਤੇਰਾ ਧਰਮ ਤੈਨੂੰ ਪਿਆਰਾ, ਸਾਡਾ ਸਾਨੂੰ ਪਿਆਰਾ। ਭਗਤ ਨਾਮਦੇਵ ਜੀ ਦੀ ਮਾਤਾ ਆਈ, ਆਖਿਆ ਬੇਟਾ ਰੱਬ ਦਾ ਨਾਂ ਹੀ ਲੈਣਾ, ਰਾਮ ਰਾਮ ਛੱਡ ਕੇ ਖੁਦਾ ਖੁਦਾ ਕਹਿਣ ਲੱਗ ਪਿਆ, ਕੀ ਕੁਝ ਵਿਗੜਦਾ ਹੈ? ਭਗਤ ਜੀ ਨੇ ਬੜੇ ਚੁਕੰਨੇ ਹੋ ਕੇ ਮਾਤਾ ਨੂੰ ਤਾੜਨਾ ਕਰਦੇ ਆਖਿਆ, ਜਾ ਤੂੰ ਮੇਰੀ ਮਾਂ ਨਹੀਂ, ਮੈਂ ਤੇਰਾ ਪੁੱਤਰ ਨਹੀਂ, ਨਾ ਹੋ ਤੇਰਾ ਪੂੰਗਰਾ, ਨਾ ਤੂੰ ਮੇਰੀ ਮਾਂ ਏ। ਇਹੋ ਜੀ ਮਾਂ ਮੇਰੀ ਮਾਂ ਹੋ ਹੀ ਨਹੀਂ ਸਕਦੀ, ਇਹ ਨਹੀਂ ਹੋ ਸਕਦਾ। ਗੰਗ ਜਮਨ ਜੋ ਉਲਟੀ ਬਹਿ, ਗੰਗਾ ਤੇ ਜਮਨਾ ਭਵੇਂ ਉਲਟੀਆਂ ਵਹਿ ਟੁਰਨ, ਪਰ ਮੈਂ ਪਰਮੇਸ਼ਰ ਦੇ ਨਾਮ ਰਾਮ ਨੂੰ ਛੱਡ ਕੇ ਖੁਦਾ ਖੁਦਾ ਨਹੀਂ ਕਹਿਣਾ। ਇੱਥੇ ਕੋਈ ਪਰਮੇਸ਼ਰ ਦੇ ਨਾਂ ਨਾਲ, ਖੁਦਾ ਵੀ ਤਾਂ ਰੱਬ ਦਾ ਹੀ ਨਾਂ ਹੈ, ਉਹਦੇ ਨਾਂ ਨਾਲ ਕੋਈ ਵੈਰ ਨਹੀਂ ਸੀ ਭਗਤ ਨਾਮਦੇਵ ਜੀ ਦਾ। ਸਮਾਜ ਦੇ ਵਿੱਚ ਇੱਕ ਵੱਡੀ ਕੁਰੀਤੀ ਸੀ ਕਿ ਕਿਸੇ ਦਾ ਧਰਮ ਜਾਣ ਬੁੱਝ ਕੇ ਉਹਦੇ ਤੇ ਪ੍ਰੈਸ਼ਰ ਪਾ ਕੇ ਬਦਲਣਾ, ਇਹ ਯੋਗ ਨਹੀਂ ਸੀ। ਘੱਟੋ ਘੱਟ ਧਰਮ ਦੇ ਵਿੱਚ ਤਾਂ ਸੁਤੰਤਰਤਾ ਹੋਵੇ, ਉੱਥੇ ਤਾਂ ਨਾ ਜਬਰੀ ਕੀਤੀ ਜਾਵੇ, ਕਿਸੇ ਨਾਲ ਕਿਸੇ ਨੂੰ ਲਾਲਚ ਦੇ ਕੇ ਜਾਂ ਕਿਸੇ ਨੂੰ ਡਰਾਵਾ ਦੇ ਕੇ ਉਹਦਾ ਧਰਮ ਨਾ ਤਬਦੀਲ ਕੀਤਾ ਜਾਏ। ਆਵਾਜ਼ ਸੀ ਭਗਤ ਨਾਮਦੇਵ ਜੀ ਦੀ। ਅੱਜ ਸੁਲਤਾਨ ਜ਼ੋਰ ਦਿੰਦਾ, ਉਹ ਮੁਸਲਮਾਨਾਂ ਦਾ ਰਾਜ ਸੀ, ਉਹ ਜਬਰੀ ਬਣਾ ਰਿਹਾ, ਕੱਲ ਨੂੰ ਹਿੰਦੂਆਂ ਦਾ ਰਾਜ ਹੋਵੇਗਾ, ਮੁਸਲਮਾਨਾਂ ਨੂੰ ਜਬਰੀ ਬਣਾਉਣਗੇ, ਸਮਾਜ ਕਿੱਥੇ ਜਾਏਗਾ? ਗਰਕ ਹੋ ਜਾਏਗਾ। ਐਸਾ ਨਹੀਂ ਹੋਣਾ ਚਾਹੀਦਾ। ਇਸ ਕਰਕੇ ਗਰੀਬ ਨਵਾਜ਼ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਕਹਿ ਰਹੇ ਨੇ, ਕਹਿੰਦੇ ਸਿੱਖ ਨੇ ਕੇਵਲ ਇੱਕ ਧਰਮ 'ਚ ਪੱਕਾ ਰਹਿਣਾ, ਸਿੱਖ ਧਰਮ 'ਚ, ਦੋ ਦਾ ਨਹੀਂ ਹੋਣਾ। ਕਈ ਕਹਿ ਦਿੰਦੇ ਆ ਕੋਈ ਨਹੀਂ, ਅਸੀਂ ਤਾਂ ਸਾਰੇ ਬਾਬੇ ਖੁਸ਼ ਰੱਖਨੇ ਆ, ਮੰਦਰ ਜਾਈਏ ਉੱਥੇ ਵੀ ਟੱਲ ਖੜਕਾ ਦਈਏ, ਮਸੀਤੇ ਜਾਈਏ ਉੱਥੇ ਵੀ ਸੀਸ ਜਿਹਾ ਝੁਕਾ ਕੇ ਸਜਦਾ ਕਰਾਉਨੇ ਆ, ਫਲਾਣੇ ਪੀਰ ਨੂੰ ਵੀ, ਲਾਲਾਂ ਵਾਲੇ ਨੂੰ, ਨਗਾਹੇ ਵਾਲੇ ਨੂੰ, ਲੱਖ ਦਾਤੇ ਨੂੰ ਉੱਥੇ ਵੀ ਮੱਥਾ ਟੇਕ ਆਉਨੇ ਆ, ਫਲਾਣੀ ਥਾਂ। ਅਸੀਂ ਨਹੀਂ ਕੋਈ ਬਾਬਾ ਰੁੱਸਣ ਦਿੰਦੇ, ਸਾਰਿਆਂ ਨੂੰ ਮਨਾਈਦਾ, ਸਾਰਿਆਂ ਨੂੰ ਖੁਸ਼ ਕਰੀਦਾ ਹੁੰਦਾ। ਕੋਈ ਵੀ ਨਹੀਂ ਖੁਸ਼, ਕੋਈ ਵੀ ਪ੍ਰਸੰਨ ਨਹੀਂ ਹੁੰਦਾ। ਉਹ ਸਾਰੇ ਵੇਖਦੇ ਨੇ ਜਿਹੜਾ ਥਾਂ ਥਾਂ ਤੇ ਭੜਕਦਾ ਫਿਰਦਾ, ਇਹਦਾ ਇੱਕ ਤੇ ਨਿਸ਼ਚੈ ਹੀ ਕੋਈ ਨਹੀਂ, ਭਰੋਸਾ ਹੀ ਕੋਈ ਨਹੀਂ। ਅਵਾਰੇ ਕੁੱਤੇ ਨੂੰ ਕਦੇ ਕੋਈ ਪਾਉਂਦਾ, ਡਾਂਗ ਹੀ ਮਾਰਦੇ ਨੇ, ਭੰਨ ਕੇ ਦੰਦ ਰੱਖ ਦਿੰਦੇ ਉਹਦੇ। ਜਿਹਦੇ ਗਲ 'ਚ ਪੜਾ ਹੋਵੇ, ਇੱਕ ਮਾਲਕ ਦਾ ਹੋਵੇ ਨਾ, ਉਹ ਮਾਲਕ ਨੂੰ ਵੀ ਚਿੰਤਾ ਹੁੰਦੀ ਹੈ ਵੀ ਮੈਂ ਇਹਦੇ ਰੋਟੀ ਪਾਣੀ ਦਾ ਪ੍ਰਬੰਧ ਕਰਨਾ। ਇਸ ਕਰਕੇ ਸੁਆਮੀ ਕੋ ਗ੍ਰਹਿ ਜੋ ਸਦਾ ਸਵਾਨ ਤਜਤ ਨਹੀਂ ਨਿਤ, ਏਦਾਂ ਭਾਵਨਾ ਰੱਖਣੀ ਆਪਣੇ ਮਾਲਕ ਪ੍ਰਤੀ। ਮਹਾਰਾਜ ਤੁਹਾਡੇ ਦਰ ਦੇ ਮੰਗਤੇ ਹਾਂ, ਤੁਹਾਡੇ ਦਰ ਦੇ ਜਾਚਕ ਹਾਂ, ਕੂਕਰ ਹਾਂ, ਇੱਕ ਤੇ ਭਰੋਸਾ ਰੱਖਣਾ। ਤਦੇ ਗੁਰਦੇਵ ਕਹਿੰਦੇ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜਾ ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੈ। ਇੱਕ ਦੇ ਉੱਤੇ ਨਿਸ਼ਚਾ ਰੱਖਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ। ਭੁੱਲ ਕੇ ਵੀ ਕਿਸੇ ਗੌਰ ਨੂੰ, ਮੜੀ ਨੂੰ, ਮੱਠ ਨੂੰ ਨਹੀਂ ਮੰਨਣਾ। ਇਹ ਖਾਲਸੇ ਦਾ ਆਦਰਸ਼ ਹੈ। ਪਾਹੇ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ। ਮਹਾਰਾਜ ਜਿਸ ਦਿਨ ਤੋਂ ਮੈਂ ਤੁਹਾਡੇ ਚਰਨ ਗ੍ਰਹਿਣ ਕੀਤੇ ਨੇ, ਉਸ ਦਿਨ ਤੋਂ ਬਾਅਦ ਮੈਂ ਆਪਣੀ ਅੱਖ ਥੱਲੇ ਕਿਸੇ ਦੂਜੇ ਨੂੰ ਨਹੀਂ ਲਿਆਂਦਾ। ਕਲਗੀਧਰ ਪਾਤਸ਼ਾਹ ਕਹਿੰਦੇ, ਜਿਹੜਾ ਮੇਰਾ ਸਿੱਖ ਹੈ ਰਹਿਣੀ ਬਹਿਣੀ 'ਚ ਪੱਕਾ, ਉਹ ਇੱਕ ਦਾ ਨਿਸ਼ਚਾ ਰੱਖੇਗਾ, ਦੋ ਦਾ ਨਹੀਂ। ਜਿਹੜਾ ਦੋ ਬੇੜੀਆਂ ਤੇ ਸਵਾਰ ਹੋਵੇਗਾ, ਉਹ ਕਦੇ ਪਾਰ ਨਹੀਂ ਉਤਰੇਗਾ। ਹਾਂਜੀ, ਮੇਰੋ ਸਿੱਖ ਕਹਾਈ ਕੇ ਪਰ ਮੈਂ ਪਾਪੀ ਸੋਈ। ਮਹਾਰਾਜ ਜੀ ਕਹਿੰਦੇ, ਨਾਲੇ ਮੇਰਾ ਸਿੱਖ ਕਹਾਵੇ ਤੇ ਨਾਲੇ ਮੜੀਆਂ ਕਬਰਾਂ ਨੂੰ ਵੇਖ ਕੇ ਭਰਮ ਜਾਵੇ। ਕਹਿੰਦੇ ਉਹ ਸਿੱਖ ਮੇਰਾ ਸਿੱਖ ਨਹੀਂ, ਸਭ ਤੋਂ ਵੱਡਾ ਪਾਪੀ ਹੈ। ਮੇਰਾ ਸਿੱਖ ਹੋ ਕੇ ਭਰਮ ਜਾਏ। ਵੇਖੋ ਮਹਾਰਾਜ ਜੀ ਨੂੰ ਕਿੰਨਾ ਭਰੋਸਾ ਆਪਣੇ ਸਿੱਖਾਂ ਤੇ। ਕਹਿੰਦੇ ਮੇਰਾ ਸਿੱਖ ਹੋ ਕੇ ਜੇ ਕੋਈ ਭਰਮ ਜਾਵੇ, ਇੱਕ ਮੱਤ ਨੂੰ ਛੱਡ ਕੇ ਦੂਜੇ ਪਾਸੇ ਟੁਰ ਪਵੇ, ਜਾਂ ਜਿੱਥੇ ਗਿਆ ਉੱਥੇ ਹੀ ਜਾ ਕੇ ਸੀਸ ਝੁਕਾ ਦੇਵੇ, ਮਹਾਰਾਜ ਜੀ ਕਹਿੰਦੇ ਭਾਈ ਉਹ ਪਾਪੀ ਹੈ, ਉਹ ਸਿੱਖ ਨਹੀਂ ਹੈ, ਉਹ ਵੱਡਾ ਪਾਪੀ ਹੈ। ਤ੍ਰੈ ਪ੍ਰਕਾਰ ਮਮ ਸਿੱਖ ਹੈ,
ਸਹਜੀ ਚਰਨੀ ਖੰਡ। ਮਹਾਰਾਜ ਜੀ ਕਹਿੰਦੇ ਇਸ ਵੇਲੇ ਵਰਤਮਾਨ ਦੇ ਸਮੇਂ 'ਚ ਮੇਰੇ 3 ਪ੍ਰਕਾਰ ਦੇ ਸਿੱਖ ਨੇ। ਇੱਕ ਸਹਿਜਧਾਰੀ, ਦੂਸਰੇ ਚਰਨ ਪੋਲੀਏ, ਤੀਸਰੇ ਖੰਡੇ ਦੀ ਧਾਰ ਦਾ ਅੰਮ੍ਰਿਤ ਛਕਣ ਵਾਲੇ, ਖੰਡੇ ਕੀ ਪੌਲ ਛਕਣ ਵਾਲੇ। ਗੁਰੂ ਸਾਹਿਬ ਦੇ ਸਮੇਂ 3 ਸਨ, ਕਿਉਂਕਿ ਚਰਨ ਪੌਲੀਏ ਵੀ, ਕਿਉਂਕਿ ਸਾਰਿਆਂ ਨੇ ਉਦੋਂ ਖੰਡੇ ਦੀ ਪੌਲ ਨਹੀਂ ਸੀ ਛਕੀ, ਬਹੁਤੇ ਸਿੱਖ ਚਰਨ ਪੌਲੀਏ ਸਨ। ਸਹਿਜਧਾਰੀ ਸਿੱਖ ਦੀ ਪਰਿਭਾਸ਼ਾ ਕੀ ਹੈ? ਸਹਿਜਧਾਰੀ ਸਿੱਖ ਜਿਸ ਨੇ ਪੌਲ ਨਾ ਛਕੀ ਹੋਵੇ, ਕੇਸਾਧਾਰੀ ਹੋਵੇ, ਇੱਕ ਗੁਰੂ ਗ੍ਰੰਥ ਸਾਹਿਬ ਤੇ ਨਿਸ਼ਚਾ ਰੱਖ ਕੇ ਗੁਰੂ ਦਾ ਭਰੋਸਾ ਰੱਖੇ, ਆਪਣੇ ਹਰ ਇੱਕ ਸੁੱਖ ਦੁੱਖ ਦੇ ਕਾਰਜ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਕਰੇ, ਉਹਨੂੰ ਸਹਿਜਧਾਰੀ ਸਿੱਖ ਕਹਿੰਦੇ। ਅੰਮ੍ਰਿਤ ਨਾ ਛਕਿਆ ਹੋਵੇ, ਪੌਲ ਨਾ ਛਕੀ ਹੋਵੇ, ਕੇਸਾਧਾਰੀ ਹੋਵੇ। ਦੂਜੇ ਮਹਾਰਾਜ ਜੀ ਕਹਿੰਦੇ ਚਰਨ ਪੌਲੀਏ ਹਨ। ਤੀਜੇ ਖੰਡੇ ਕੀ ਪੌਲ ਛਕਣ ਵਾਲੇ ਹਨ। ਜਾਂ ਤੇ ਕੇਸੀ ਹੋਏ ਸਿੱਖ ਤੀਨੋ ਕਰ ਬਿਹੰਡ। ਮਹਾਰਾਜ ਜੀ ਕਹਿੰਦੇ ਕੇਸ ਤਿੰਨਾਂ ਲਈ ਵਿਹਿਤ ਨੇ। ਐਸਾ ਨਹੀਂ ਵੀ ਜਿਹੜਾ ਸਹਿਜਧਾਰੀ ਆ ਉਸ ਕੇਸ ਕਟਾ ਸਕਦਾ ਹੈ। ਮਹਾਰਾਜ ਜੀ ਕਹਿੰਦੇ ਕੇਸ ਰੱਖਣੇ ਸਹਿਜਧਾਰੀ ਲਈ ਵੀ ਵਿਹਿਤ ਨੇ, ਚਰਨ ਪੌਲੀਏ ਨੇ ਵੀ ਕੇਸ ਰੱਖਣੇ ਆ, ਔਰ ਜਿਹੜਾ ਖੰਡੇ ਕੀ ਪੌਲ ਛਕੇ ਉਹਨੇ ਵੀ ਕੇਸ ਰੱਖਣੇ ਆ। ਨੌਵੇਂ ਪਾਤਸ਼ਾਹ ਜੀ ਦੇ ਬਹੁਤ ਸਿੱਖ ਕਲਗੀਧਰ, ਕਿਉਂਕਿ 1699 ਚ ਖੰਡੇ ਦੀ ਪੌਲ ਤਿਆਰ ਹੋਈ, ਉਹਦੇ ਤੋਂ ਪਹਿਲਾਂ ਤਾਂ ਚਰਨ ਪੌਲ ਹੀ ਸੀ ਨਾ। ਚਰਨ ਪੌਲੀਏ ਬਹੁਤ ਸਨ ਮਹਾਰਾਜ ਜੀ ਦੇ ਸਮੇਂ। ਤੋ ਗੁਰਦੇਵ ਕਹਿੰਦੇ ਕੇਸ ਸਾਰਿਆਂ ਦੇ ਹੋਣੇ ਚਾਹੀਦੇ, ਕੇਸਾਧਾਰੀ ਸਾਰਿਆਂ ਨੇ ਹੋਣਾ। ਔਰ ਜਿਹੜੇ 3 ਪ੍ਰਕਾਰ ਦੇ ਕਰਮ ਨੇ, ਪਾਪ ਕਰਮ, ਉਹਨਾਂ ਦਾ ਤਿਆਗ ਕਰਨਾ। ਉਹ ਕਿਹੜੇ ਨੇ ਅੱਗੇ ਦੱਸਣਗੇ, ਕਥਾ ਵਿੱਚ ਅੱਗੇ ਆਵੇਗਾ। ਹਾਂਜੀ। ਚੌਪਈ ਮੇਰਾ ਸੋ ਜੋ ਰੱਖੈ ਰਹਿਤ। ਮਹਾਰਾਜ ਜੀ ਕਹਿੰਦੇ ਜਿਹੜਾ ਮੇਰਾ ਹੈ, ਮੇਰਾ ਉਹ ਰਹਿਤ ਰੱਖੇਗਾ। ਜਿਹੜਾ ਮੇਰਾ ਹੈ ਨਾ ਉਹ ਰਹਿਤ ਰੱਖੇਗਾ। ਅੱਜ ਕੱਲ ਤਾਂ ਕਿਸੇ ਨੂੰ ਕਹੋ ਵੀ ਪੌਲ ਛਕ ਲੈ, ਕਹਿੰਦੇ ਜੀ ਰਹਿਤ ਨਹੀਂ ਰੱਖੀ ਜਾਂਦੀ, ਵੀ ਸਾਡਾ ਉੱਠਣਾ ਬੈਠਣਾ ਬਹੁਤਿਆਂ ਨਾਲ ਹੁੰਦਾ ਹੈ, ਸਾਡੀ ਸੁਸਾਇਟੀ ਇਹੋ ਜੀ ਹੈ ਜੀ, ਯਾਰ ਦੋਸਤਾਂ ਵਿੱਚ ਬੈਠਣਾ ਉੱਠਣਾ ਖਾਣਾ ਪੀਣਾ। ਤੂੰ ਉਹਨਾਂ ਦਾ ਤਾਂ ਬਣ ਗਿਆ, ਗੁਰੂ ਦਾ ਨਹੀਂ ਨਾ ਬਣਿਆ। ਕਲਗੀਧਰ ਕਹਿੰਦੇ ਜਿਹੜਾ ਮੇਰਾ ਉਹ ਰਹਿਤ ਰੱਖਦਾ, ਰਹਿਤ, ਉਹਨੂੰ ਪਹਿਲਾਂ ਰਹਿਤ ਪਿਆਰੀ ਹੈ, ਬਾਕੀ ਸਾਰੀਆਂ ਗੱਲਾਂ ਬਾਅਦ ਵਿੱਚ ਨੇ। ਮਹਾਰਾਜ ਕਹਿੰਦੇ ਜਿਹੜਾ ਮੇਰਾ ਹੈ ਉਹ ਰਹਿਤ ਰੱਖਦਾ ਹੈ। ਗੁਰ ਆਇਸ ਮੈਂ ਨਿਸ ਦਿਨ ਰਹਿਤ। ਉਹ ਗੁਰੂ ਦੀ ਆਗਿਆ ਵਿੱਚ ਚੱਲਦਾ ਰਾਤ ਦਿਨ। ਰਹਿਤ ਬਹਿਤ ਵਾਲੇ ਸਿੱਖ ਦਾ ਨਿਯਮ ਪਤਾ ਕੀ ਹੈ? ਸ਼ਾਮ ਦਾ ਵੇਲਾ ਪਿਆ, ਸੂਰਜ ਢਲਿਆ, 8-10 ਮਿੱਤਰ ਪਿਆਰਿਆਂ ਵਿੱਚ ਬੈਠਾ, ਇੱਕਦਮ ਵਿੱਚੋਂ ਉੱਠਿਆ, 20-25 ਮਿੰਟਾਂ ਬਾਅਦ ਵਾਪਸ ਮੁੜ ਕੇ ਆ ਗਿਆ। ਨਾਲ ਦਿਆਂ ਪੁੱਛਿਆ ਬਈ ਕਿੱਥੇ ਗਿਆ ਸੀ? ਕਹਿੰਦਾ ਬਈ ਮੈਂ ਰਹਿਰਾਸ ਸਾਹਿਬ ਦਾ ਪਾਠ ਕਰਨ ਗਿਆ ਸੀ, ਮੇਰੀ ਗੁਰੂ ਦਾ ਹੁਕਮ ਹੈ ਨਿਤਨੇਮ ਕਰਨਾ। ਉਹਨੂੰ ਪਹਿਲਾਂ ਰਹਿਤ ਪਿਆਰੀ, ਇਹ ਨੇ ਵੀ ਗੱਲਾਂ ਬਾਤਾਂ ਚ ਅੱਜ ਤਾਂ ਪਾਠ ਹੀ ਰਹਿ ਗਿਆ ਜੀ, ਨਿਤਨੇਮ ਹੀ ਰਹਿ ਗਿਆ ਜੀ। ਜਿਹੜਾ ਮੇਰਾ ਹੈ ਮਹਾਰਾਜ ਜੀ ਕਹਿੰਦੇ ਉਹ ਰਾਤ ਦਿਨ ਆਪਣੀ ਰਹਿਣੀ ਚ ਰਹਿੰਦਾ, ਜਿਹੜੀ ਗੁਰੂ ਦੀ ਦੱਸੀ ਹੋਈ ਹੈ, ਗੁਰੂ ਦੀ ਮਰਿਆਦਾ ਦੇ ਅਨੁਸਾਰ ਚੱਲਦਾ। ਰਹਿਤ ਬਹਿਤ ਦਾ ਧਾਰਨੀ ਹੈ। ਪਹਿਰ ਰਾਤ ਤੇ ਕਰੈ ਇਸ਼ਨਾਨ। ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਜਿਹੜਾ ਮੇਰਾ ਉਹ ਇਸ਼ਨਾਨ ਪਾਨ ਕਰ ਲੈਂਦਾ, ਤਿਆਰ ਬਰ ਤਿਆਰ ਹੋ ਜਾਂਦਾ। ਦੁਨੀਆ ਘੂਕ ਸੁੱਤੀ ਹੁੰਦੀ ਹੈ, ਇਹ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੇ ਉੱਠ ਕੇ ਇਸ਼ਨਾਨ ਪਾਨ ਕਰਕੇ ਤਿਆਰ ਬਰ ਤਿਆਰ ਹੋ ਜਾਂਦਾ। ਹਾਂਜੀ। ਸੋਚ ਸੰਜਮ ਸੋ ਹੋਏ ਸਾਵਧਾਨ। ਸੋਚ ਤੇ ਸੰਜਮ ਸਹਿਤ ਸਾਵਧਾਨ ਹੋ ਜਾਂਦਾ, ਯਾਨੀ ਕਿ ਸਰੀਰ ਨੂੰ ਪਹਿਲਾਂ ਸੋਧ ਕੇ ਚੰਗੀ ਤਰ੍ਹਾਂ ਦਾਤਨ ਕਰਨ। ਰਹਿਤਨਾਮਿਆਂ ਚ ਮਹਾਰਾਜ ਜੀ ਨੇ ਸਾਰੀ ਜੀਵਨ ਜਾਚ ਦੱਸੀ ਹੈ ਸਾਨੂੰ। ਉਦੋਂ ਦਾਤਣ ਅੱਜ ਕੱਲ ਜਿਵੇਂ ਵਰਸ਼ ਵਗੈਰਾ ਕਰਨ ਲੱਗ ਪਏ ਆ, ਪਹਿਲਾਂ ਦਾਤਣ ਦੀ ਮਰਿਆਦਾ ਹੁੰਦੀ, ਦਾਤਣ ਕਰਨੀ, ਫਿਰ ਉਸ ਦਾਤਣ ਨੂੰ ਚੀਰ ਕੇ ਸੁੱਟਣ ਦਾ ਹੁਕਮ ਹੈ। ਆਮ ਕਰਕੇ ਬਹੁਤ ਸਾਰੇ ਮਤਾਂ ਵਾਲੇ ਕੀ ਕਰਦੇ ਸਨ, ਕੁਝ ਲੋਕ ਦਾਤਣ ਜਿੰਨੀ ਕੁ ਕਰ ਲਈ ਉਹ ਰੱਖ ਲਈ, ਮੁੜ ਕੇ ਅਗਲੇ ਦਿਨ ਫਿਰ ਉੱਥੋਂ ਥੋੜੀ ਜਿਹੀ ਉੱਤੋਂ ਲਾਹ ਕੇ ਫਿਰ ਉੱਥੋਂ ਕਰ ਲੈਣੀ। ਮਹਾਰਾਜ ਜੀ ਕਹਿੰਦੇ ਮੇਰਾ ਸਿੱਖ ਨਹੀਂ ਐਸਾ ਕਰੇਗਾ। ਜਿਹੜਾ ਸਿੰਘ ਹੈ ਉਸ ਦਾਤਣ ਨੂੰ ਚੀਰ ਕੇ ਪਾੜ ਕੇ ਸੁੱਟ ਦਿੰਦਾ ਹੈ। ਆਮ ਕਰਕੇ ਮਲੇਛ ਬਿਰਤੀ ਵਾਲੇ ਜਿਹੜੇ ਸਾਨੂੰ ਰੱਖ ਲੈਂਦੇ ਸਨ, ਉਹਦੇ ਵਿੱਚ ਹੀ ਮੂੰਹ ਦੇ ਸਾਰੇ ਗੰਦੇ ਮੰਦੇ ਕਣ ਉਹਦੇ ਵਿੱਚ ਹੀ ਹੋਣੇ, ਅਗਲੇ ਦਿਨ ਫੇਰ ਉਹਨੂੰ ਮੂੰਹ 'ਚ ਚੱਬ ਲੈਣਾ।
ਦਾਤਣ ਨੀਤ ਕਰੈ ਤਾਂ ਸੁਖ ਪਾਵੈ ਲਾਲ ਜੀਓ। ਰਹਿਤਨਾਮਿਆਂ ਦੇ ਬਚਨ ਸੋਚ ਸਹਿਤ ਫਿਰ ਸਰੀਰ ਦੀ ਕਿਰਿਆ ਨੂੰ ਸੋਧ ਕੇ ਇਸ਼ਨਾਨ ਪਾਨ ਕਰਕੇ ਸੰਜਮ ਸਹਿਤ ਮਰਿਆਦਾ ਸਹਿਤ ਫਿਰ ਆਪਣੇ ਆਸਣ ਤੇ ਬੈਠੇ। ਜਪ ਆਦਿਕ ਗੁਰਬਾਣੀ ਪਾਠ, ਫਿਰ ਜਪਜੀ ਸਾਹਿਬ ਦਾ ਪਾਠ ਕਰੇ, ਜਾਪ ਸਾਹਿਬ ਪੜ੍ਹੇ, ਸਵਈਏ ਪੜ੍ਹੇ, ਚੌਪਈ ਸਾਹਿਬ ਦਾ ਪਾਠ ਕਰੇ, ਆਨੰਦ ਸਾਹਿਬ ਪੜ੍ਹੇ, ਸੁਖਮਣੀ ਸਾਹਿਬ ਪੜ੍ਹੇ, ਆਸਾ ਜੀ ਦੀ ਵਾਰ ਦਾ ਪਾਠ। ਜਿੰਨੀ ਵੱਧ ਤੋਂ ਵੱਧ ਬਾਣੀ ਪੜ੍ਹ ਲੇ, ਜਿੰਨੀ ਪੜਾਂਗੇ ਓਨਾ ਹੀ ਭਲਾ ਹੈ, ਓਨਾ ਹੀ ਜੀਵ ਦਾ ਕਲਿਆਣ ਹੈ। ਤੋ ਮਹਾਰਾਜ ਜੀ ਕਹਿੰਦੇ ਫਿਰ ਜਪ ਆਦਿਕ ਕਹਿ ਦਿੱਤਾ ਨਾ, ਜਦੋਂ ਆਦਿਕ ਕਹਿ ਦਿੱਤਾ ਫਿਰ ਜੋ ਅੱਗੇ ਹੋਰ ਬਾਣੀਆਂ ਉਹ ਵੱਧ ਤੋਂ ਵੱਧ ਆਸਣ ਤੇ ਬਹਿ ਕੇ ਫਿਰ ਪਿਆਰ ਨਾਲ ਪੜ੍ਹੇ। ਪੜੈ ਗੁਰਮੁਖੀ ਤਜ ਅਨ ਠਾਠ, ਆਨ ਠਾਠ ਜਿਹੜੇ ਹੋਰ ਠਾਠ ਨੇ ਉਹਨਾਂ ਨੂੰ ਛੱਡ ਕੇ ਗੁਰਮੁਖੀ ਚ ਪੜ੍ਹੇ ਗੁਰਬਾਣੀ। ਕਿਉਂਕਿ ਜਿਸ ਭਾਸ਼ਾ ਵਿੱਚ ਗੁਰਦੇਵ ਨੇ ਬਾਣੀ ਉਚਾਰੀ ਹੈ ਉਸੇ ਭਾਸ਼ਾ 'ਚ ਪੜਾਂਗੇ ਤੇ ਜੀਵਨ 'ਚ ਰਸ ਬਣਦਾ ਉਹ ਬਾਣੀ ਪੜ੍ਹ ਕੇ। ਤੋ ਗੁਰਬਾਣੀ ਤਾਂ ਵੈਸੇ ਹਿੰਦੀ ਵਿੱਚ ਵੀ ਛਪੇ ਮਿਲਦੇ ਨੇ, ਗੁਟਕਾ ਸਾਹਿਬ ਪੋਥੀਆਂ ਅੰਗਰੇਜ਼ੀ ਵਿੱਚ ਵੀ ਛਪੇ ਨੇ। ਚਲੋ ਹੋਵੇਗੀ ਕਈਆਂ ਦੀ ਮਜਬੂਰੀ ਹੈ ਜੋ ਨਹੀਂ ਆਉਂਦੀ ਗੁਰਮੁਖੀ, ਪਰ ਦੁਨੀਆ ਵਿੱਚ ਐਸੀ ਤਾਂ ਨਹੀਂ ਕੋਈ ਭਾਸ਼ਾ ਜਿਹੜੀ ਸਿੱਖੀ ਨਾ ਜਾ ਸਕੇ। ਘੱਟੋ ਘੱਟ ਜਿਹੜਾ ਸਿੱਖ ਹੈ ਉਹ ਗੁਰਮੁਖੀ ਸਿੱਖੇ, ਭਾਵੇਂ ਵਿਸ਼ਵ ਦੇ ਕਿਸੇ ਵੀ ਕੋਨੇ 'ਚ ਰਹੇ। ਚਲੋ ਸਾਨੂੰ ਪੰਜਾਬ 'ਚ ਰਹਿਣ ਕਰਕੇ ਗੁਰੂ ਸਾਹਿਬ ਦੀ ਦਇਆ ਹੈ, ਇਹ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਹੈ ਤੇ ਬੱਚੇ ਪੜ੍ਹ ਲੈਂਦੇ ਹੈ। ਦੂਜੀਆਂ ਸਟੇਟਾਂ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਥਾਵਾਂ ਨੇ ਜਿੱਥੇ ਬੱਚਿਆਂ ਨੂੰ ਪੰਜਾਬੀ ਸਕੂਲ 'ਚ ਨਹੀਂ ਪੜ੍ਹਾਈ ਜਾਂਦੀ। ਉੱਥੇ ਜਿਹੜੇ ਗੁਰੂ ਘਰ ਨੇ, ਕਈ ਤਾਂ ਪ੍ਰਬੰਧਕਾਂ ਨੇ ਯਤਨ ਕੀਤੇ ਹੋਏ ਨੇ, ਗੁਰੂ ਘਰਾਂ 'ਚ ਗੁਰਮੁਖੀ ਪੜ੍ਹਾਉਂਦੇ ਆ ਤੇ ਕਲਾਸਾਂ ਲੱਗਦੀਆਂ ਨੇ। ਕਈਆਂ ਨੇ ਨਹੀਂ ਕੀਤੇ, ਉਹਨਾਂ ਨੂੰ ਵੀ ਯਤਨ ਕਰਨੇ ਚਾਹੀਦੇ ਆ। ਹਿੰਦੀ ਵਿੱਚ ਹੀ ਨਾ ਪੜ੍ਹਾਈ ਜਾਓ, ਹਿੰਦੀ ਵਿੱਚ ਤਾਂ ਉਚਾਰਨ ਹੀ ਗਲਤ ਹੋ ਜਾਂਦਾ ਹੈ, ਗੁਰਬਾਣੀ ਦਾ ਪੂਰਾ ਸ਼ੁੱਧ ਨਹੀਂ ਹੁੰਦਾ। ਇਸ ਕਰਕੇ ਗੁਰਮੁਖੀ ਮਹਾਰਾਜ ਜੀ ਕਹਿੰਦੇ ਯਤਨ ਕਰਨਾ ਚਾਹੀਦਾ ਵੀ ਗੁਰਮੁਖੀ 'ਚ ਹੀ ਗੁਰਬਾਣੀ ਪੜ੍ਹੇ, ਆਣ ਠਾਠ ਜਿਹੜੇ ਹੋਰ ਨੇ ਉਹਦੇ ਵਿੱਚ ਨਹੀਂ। ਜੇ ਗੁਰਮੁਖੀ 'ਚ ਲਿਖੀ ਆ ਤਾਂ ਗੁਰਮੁਖੀ ਵਿੱਚ ਹੀ ਸਤਿਗੁਰਾਂ ਦੀ ਬਾਣੀ ਨੂੰ ਪੜ੍ਹੇ। ਹਾਂਜੀ, ਸ਼ਰੁਤ ਅਰ ਸਤਿਗੁਰ ਬਾਕਨ ਤਾਰ। ਪਰ ਹਾਂ ਜੇ ਕਿਸੇ ਨੂੰ ਨਹੀਂ ਪੜ੍ਹਨੀ ਆਉਂਦੀ ਗੁਰਮੁਖੀ ਤੇ ਐਸਾ ਨਹੀਂ ਵੀ ਉਹ ਹਿੰਦੀ 'ਚ ਪੜ੍ਹਦਾ ਤੇ ਛੱਡ ਹੀ ਦੇਵੇ, ਪੜ੍ਹ ਲਵੇ, ਹਿੰਦੀ ਵਿੱਚ ਵੀ ਪੜ੍ਹ ਲੈ, ਕੋਈ ਗੱਲ ਨਹੀਂ, ਪਰ ਉਹਨੂੰ ਯਤਨ ਕਰਨਾ ਚਾਹੀਦਾ, ਸਹਿਜੇ ਸਹਿਜੇ ਸਿੱਖਣੀ ਚਾਹੀਦੀ ਹੈ ਗੁਰਮੁਖੀ। ਐਸਾ ਨਹੀਂ ਕਿ ਉਹ ਸਿੱਖ ਨਹੀਂ ਸਕਦਾ, ਸਿੱਖ ਸਕਦਾ ਕੋਈ ਵੀ ਮਾਈ ਪਾਈ। ਤੇ ਜੇ ਗੁਰਮੁਖੀ ਨਹੀਂ ਆਉਂਦੀ ਤੇ ਹਿੰਦੀ ਵਿੱਚ ਲਿਖੇ ਹੋਏ ਨੇ ਪੋਥੀਆਂ, ਉਹ ਗੁਰਬਾਣੀ ਨੂੰ ਹਿੰਦੀ 'ਚ ਪੜ੍ਹ ਸਕਦਾ ਹੈ। ਐਸਾ ਨਿਯਮ ਨਹੀਂ ਵੀ ਨਹੀਂ ਪੜ੍ਹ ਸਕਦਾ, ਪੜ੍ਹ ਸਕਦਾ, ਪਰ ਪਹਿਲ ਜਿਹੜੀ ਆ ਗੁਰਮੁਖੀ ਨੂੰ ਦੇਣੀ ਚਾਹੀਦੀ ਹੈ ਤੇ ਸਹਿਜੇ ਸਹਿਜੇ ਗੁਰਮੁਖੀ ਸਿੱਖ ਲੈਣੀ ਚਾਹੀਦੀ। ਅੱਜ ਕੱਲ੍ਹ ਤਾਂ ਉਹ ਕਾਇਦੇ ਬਾਲ ਉਪਦੇਸ਼ ਕਾਇਦਾ ਹੈ ਜੋ ਟਕਸਾਲ ਤੋਂ ਛਪਦਾ, ਉਹ ਸਹਿਜੇ ਸਹਿਜੇ ਵੇਖ ਕੇ ਪੜ੍ਹਨਾ ਸ਼ੁਰੂ ਕਰ ਦੇਵੇ। ਅੱਜ ਕੱਲ੍ਹ ਤਾਂ ਹਿੰਦੀ ਤੋਂ ਕਿਵੇਂ ਪੰਜਾਬੀ ਦੇ ਅੱਖਰਾਂ ਦਾ ਉਚਾਰਨ ਹੁੰਦਾ ਉਹ ਹਿੰਦੀ ਵਿੱਚ ਲਿਖੇ ਮਿਲ ਜਾਂਦੇ ਨੇ। ਬੜੇ ਸਾਧਨ ਹੋ ਗਏ ਅੱਜ ਕੱਲ੍ਹ ਤਾਂ। ਜਾਂ ਗੁਰੂ ਘਰ ਦਾ ਕੋਈ ਗ੍ਰੰਥੀ ਸਿੰਘ ਹੋਵੇ ਬਾਹਰਲੇ ਸਟੇਟਾਂ ਦੇ ਵਿੱਚ, ਉੱਥੇ ਉਹਨਾਂ ਦੇ ਕੋਲ ਜਾ ਕੇ ਬਹਿ ਕੇ ਗੁਰਮੁਖੀ ਪੜ੍ਹ ਲਵੇ। ਹਾਂਜੀ, ਔਰ ਬਿਆਦ ਸਮ ਸਗਰੀ ਟਾਰ। ਮਹਾਰਾਜ ਜੀ ਕਹਿੰਦੇ ਭਾਈ ਬਾਕੀ ਗੁਰਬਾਣੀ ਨੂੰ ਬੜੇ ਪਿਆਰ ਨਾਲ ਕੰਨਾਂ ਨਾਲ ਸੁਣੇ। ਸੁਰਤ ਅਰ ਸਤਿਗੁਰ ਬਾਕਨ ਧਰੈ, ਸ਼ਰੁਤੀ ਦੇ ਵਿੱਚ ਸਤਿਗੁਰੂ ਜੀ ਦੇ ਬਚਨਾਂ ਨੂੰ ਵਸਾਵੇ। ਬਾਕੀ ਜਿਹੜੀਆਂ ਹੋਰ ਬਿਆਦੀਆਂ ਨੇ ਉਹਨਾਂ ਸਾਰੀਆਂ ਬਿਆਦੀਆਂ ਨੂੰ ਆਪਣੇ ਅੰਦਰੋਂ ਟਾਲ ਦੇਵੇ। ਨਹੀਂ ਪਾਰਸੀ ਅਰਬੀ ਪੜ੍ਹੈ। ਹਾਂ, ਕਹਿੰਦੇ ਫਾਰਸੀ ਅਰਬੀ ਨਾ ਪੜ੍ਹੇ। ਹੁਣ ਕੋਈ ਸਵਾਲ ਕਰੇ ਵੀ ਗੁਰੂ ਕਲਗੀਧਰ ਜੀ ਨੇ ਤੇ ਫਾਰਸੀ ਜ਼ਫਰਨਾਮਾ ਲਿਖਿਆ, ਨਾਲੇ ਇੱਥੇ ਕਹਿੰਦੇ ਅਰਬੀ ਫਾਰਸੀ ਪੜ੍ਹਨੀ ਕੋਈ ਨਹੀਂ। ਉਹ ਜਿਹੜਾ ਫਾਰਸੀ 'ਚ ਜ਼ਫਰਨਾਮਾ ਲਿਖ ਭੇਜਿਆ, ਔਰੰਗਜ਼ੇਬ ਨੂੰ ਲਿਖ ਭੇਜਿਆ ਸੀ। ਹੁਣ ਜੇ ਕੋਈ ਕਹੇ ਫਾਰਸੀ ਨਹੀਂ ਪੜ੍ਹਨੀ ਤੇ ਫਿਰ ਜ਼ਫਰਨਾਮਾ ਕਿਵੇਂ ਪੜ੍ਹਾਂਗੇ? ਫਾਰਸੀ 'ਚ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਆਉਂਦੇ ਆ, ਲਿਖੇ ਭਾਵੇਂ ਗੁਰਮੁਖੀ 'ਚ ਹੀ ਨੇ, ਪਰ ਅੱਖਰ ਤਾਂ ਫਾਰਸੀ ਦੇ ਨੇ, ਉਹ ਕਿਵੇਂ ਪੜ੍ਹਾਂਗੇ? ਇਹਦਾ ਮਤਲਬ ਹੈ ਵੀ ਆਪਣੇ ਬੱਚਿਆਂ ਨੂੰ ਪਹਿਲਾਂ ਗੁਰਮੁਖੀ ਪੜ੍ਹਾਉਣੀ। ਉਸ ਵੇਲੇ ਅੰਗਰੇਜ਼ੀ ਨਹੀਂ ਸੀ, ਫਾਰਸੀ ਪੜ੍ਹਾਈ ਜਾਂਦੀ ਸੀ। ਅੱਜ ਕੱਲ੍ਹ ਜਿਵੇਂ ਅੰਗਰੇਜ਼ੀ ABC ਆਪਾਂ ਬੱਚਿਆਂ ਨੂੰ ਪਹਿਲਾਂ ਆਉਂਦੀ, ਊੜਾ ਨਹੀਂ ਆਉਂਦਾ। ਪਹਿਲਾਂ A ਫੋਰ ਐਪਲ ਹੀ ਸਿਖਾਉਂਦੇ ਆ, ਊੜਾ ਓਅੰਕਾਰ ਨਹੀਂ ਸਿਖਾਉਂਦੇ। ਭਾਵੇਂ ਆਪਾਂ ਪੰਜਾਬ 'ਚ ਰਹਿੰਦੇ ਆ, ਮਾਫ ਕਰਨਾ, ਅਸੀਂ ਪਹਿਲਾਂ ਗੁਰਮੁਖੀ ਤਾਂ ਨਹੀਂ ਪੜ੍ਹਾਉਂਦੇ।
ਪਹਿਲਾਂ ਕਹਿੰਦੇ ਸਾਡੇ ਬੱਚੇ ਨੂੰ ਅੰਗਰੇਜ਼ੀ ਆਉਣੀ ਚਾਹੀਦੀ ਹੈ। ਜਿਹਨੂੰ ਅੰਗਰੇਜ਼ੀ ਆਉਂਦੀ ਆ ਉਹਨੂੰ ਵੱਡਾ ਵਿਦਵਾਨ ਮੰਨਿਆ ਜਾਂਦਾ, ਵੱਡਾ। ਹਾਲਾਂਕਿ ਹੈ ਤਾਂ ਭਾਸ਼ਾ ਹੀ ਹੈ। ਕਿਸੇ ਨੂੰ ਕੋਈ ਭਾਸ਼ਾ ਆ ਜਾਏ ਤਾਂ ਉਹ ਭਾਸ਼ਾ ਨਾਲ ਤਾਂ ਨਹੀਂ ਵਿਦਵਾਨ ਹੋ ਜਾਂਦਾ। ਸਾਡੇ ਦੇਸ਼ ਵਿੱਚ, ਆਪਣੇ ਪੰਜਾਬ 'ਚ ਸਾਰੇ ਪੰਜਾਬੀ ਬੋਲ ਲੈਂਦੇ ਆ, ਤੇ ਜਿਹੜੇ ਸਾਰੇ ਪੰਜਾਬੀ ਬੋਲ ਲੈਂਦੇ ਸਾਰੇ ਵਿਦਵਾਨ ਨੇ ਭਲਾ, ਜਿਹਨਾਂ ਨੂੰ ਪੰਜਾਬੀ ਬੋਲਣੀ ਆਉਂਦੀ ਹੈ। ਅੰਗਰੇਜ਼ੀ ਵੀ ਭਾਸ਼ਾ ਹੀ ਹੈ ਨਾ, ਤੇ ਉਹ ਭਾਸ਼ਾ ਆਉਣ ਦੇ ਨਾਲ ਵਿਦਵਤਾ ਦਾ ਤਾਂ ਨਹੀਂ ਕੋਈ ਸੰਬੰਧ ਹੁੰਦਾ। ਠੀਕ ਹੈ, ਪੰਜਾਬੋਂ ਬਾਹਰ ਕਿਤੇ ਦੂਰ ਹੁੰਦੀ, ਉੱਥੇ ਲੋੜ ਪੈਂਦੀ ਵੀ ਹੈ ਇਹਦੀ, ਉੱਥੇ ਦੀ ਵਰਤੋਂ ਹੁੰਦੀ ਵੀ ਹੈ। ਦੂਸਰੀਆਂ ਕਮਿਊਨਿਟੀਆਂ ਨੂੰ ਸਮਝਾਉਣਾ ਹੈ, ਦੂਜਿਆਂ ਮਤਾਂ ਵਾਲਿਆਂ ਲੋਕਾਂ ਨੂੰ ਉੱਥੇ ਬੋਲਣੀ ਪੈਂਦੀ ਹੈ। ਹਿੰਦੀ ਵੀ ਬੋਲਣੀ ਪੈਂਦੀ ਹੈ, ਅੰਗਰੇਜ਼ੀ ਵੀ ਬੋਲਣੀ ਪੈਂਦੀ ਹੈ। ਪਰ ਸਿੱਖ ਦੇ ਬੱਚੇ ਲਈ ਇੱਥੇ ਮਰਿਆਦਾ ਦੱਸ ਰਹੇ ਨੇ ਕਲਗੀਧਰ ਕਿ ਸਿੱਖ ਦੇ ਬੱਚੇ ਨੂੰ ਪਹਿਲਾਂ ਗੁਰਮੁਖੀ ਪੜ੍ਹਾਵੇ, ਬਾਕੀ ਜਿਹੜੀਆਂ ਹੋਰ ਭਾਸ਼ਾਵਾਂ ਨੇ ਉਹ ਬਾਅਦ ਵਿੱਚ ਸਿਖਾਵੇ, ਪਹਿਲਾਂ ਗੁਰਮੁਖੀ। ਭਾਵੇਂ ਕਹਿ ਦਿੱਤਾ ਜਾਂਦਾ ਅਸੀਂ ਪੰਜਾਬ ਦੇ ਵਿੱਚ ਪੰਜਾਬੀ ਜਿਹੜੀ ਆ ਮਾਂ ਬੋਲੀ, ਅਸੀਂ ਪਹਿਲੇ ਨੰਬਰ ਤੇ ਲਿਖਣਾ, ਸਾਡੇ ਸਾਈਨ ਬੋਰਡਾਂ ਦੇ ਉੱਤੇ ਪਹਿਲੇ ਨੰਬਰ ਤੇ ਪੰਜਾਬੀ ਨਹੀਂ ਹੈ, ਪਹਿਲੇ ਨੰਬਰ ਤੇ ਅੰਗਰੇਜ਼ੀ ਹੁੰਦੀ ਹੈ। ਪੰਜਾਬੀ ਜੇ ਪਹਿਲੀ ਗੱਲ ਤਾਂ ਕਈ ਸਾਈਨ ਬੋਰਡਾਂ ਤੇ ਹੈ ਹੀ ਨਹੀਂ ਪੰਜਾਬੀ, ਜਿਹੜੇ ਉਹ ਮੀਲ ਪੱਥਰ ਲਾਏ ਹੁੰਦੇ ਉਹਨਾਂ ਤੇ, ਜੇ ਹੋਵੇ ਤਾਂ ਅੰਗਰੇਜ਼ੀ ਹੁੰਦੀ ਹੈ। ਆ ਦੂਜੀਆਂ ਸਟੇਟਾਂ 'ਚ ਬਾਹਰ ਜਾਂਦੇ ਆ ਜਦੋਂ, ਹਿੰਦੁਸਤਾਨ ਦੀਆਂ, ਉੱਥੇ ਪਹਿਲਾਂ ਉਹਨਾਂ ਨੇ ਆਪਣੀ ਜਿਹੜੀ ਉਹਨਾਂ ਦੇ ਸੂਬੇ ਦੀ ਬੋਲੀ ਆ ਉਹਦੇ 'ਚ ਲਿਖਿਆ ਹੁੰਦਾ ਸਾਰਾ ਕੁਝ। ਸੋ ਕਹਿਣ ਤੋਂ ਭਾਵ ਹੈ ਕਿ ਅਸੀਂ ਪਹਿਲ ਗੁਰਮੁਖੀ ਨੂੰ ਦੇਣੀ ਹੈ। ਦੁਨੀਆ ਨਾਲੋਂ ਨਾਤਾ ਨਾ ਟੁੱਟੇ, ਸੰਸਾਰ ਨਾਲ ਵੀ ਵਰਤਣਾ, ਉਹ ਦੂਜੀਆਂ ਭਾਸ਼ਾਵਾਂ ਵੀ ਸਿੱਖਣੀਆਂ ਜ਼ਰੂਰੀ ਨੇ, ਸਿੱਖੋ। ਪਰ ਸਿੱਖ ਦੇ ਬੱਚੇ ਨੂੰ ਪਹਿਲਾਂ ਗੁਰਮੁਖੀ ਆਉਣੀ ਚਾਹੀਦੀ ਹੈ। ਇਸ ਕਰਕੇ ਇੱਥੇ ਮਹਾਰਾਜ ਜੀ ਕਹਿੰਦੇ ਆ ਅਰਬੀ ਫਾਰਸੀ ਪੜ੍ਹਨ ਵਿੱਚ ਨਾ ਲੱਗੇ। ਉਦੋਂ ਅਰਬੀ ਫਾਰਸੀ ਪੜ੍ਹਾਉਣ ਦਾ ਕੰਮ ਕਰਦੇ ਸੀ ਕਾਜੀ ਤੇ ਮੌਲਵੀ, ਕਾਜੀ ਮੌਲਵੀ ਪੜ੍ਹਾਉਂਦੇ ਸੀ। ਤੇ ਉਦੋਂ ਕਾਜੀ ਮੌਲਵੀਆਂ ਦੇ ਕੋਲ ਜਦੋਂ ਆਪਣੇ ਸਿੱਖਾਂ ਨੂੰ ਬੱਚੇ ਭੇਜਣੇ ਪੈਂਦੇ ਸੀ ਪੜ੍ਹਨ, ਤੇ ਫਿਰ ਉਹ ਆਪਣੀ ਪੜ੍ਹਾਈ ਪੜ੍ਹਾਉਂਦੇ ਸੀ। ਉਹ ਫਿਰ ਗਲਤ ਪ੍ਰਭਾਵ ਪਾਉਂਦੇ ਸੀ ਉਹਨਾਂ ਬੱਚਿਆਂ ਤੇ, ਮੁਸਲਮਾਨੀ ਤਰੀਕੇ ਦਾ ਪ੍ਰਭਾਵ ਪੈਂਦਾ ਸੀ। ਇਸ ਕਰਕੇ ਬੜੇ ਕਾਰਨ ਸਨ ਉਸ ਵੇਲੇ। ਹੁਣ ਵੀ ਬਹੁਤ ਸਾਰੇ ਸਕੂਲ ਐਸੇ ਨੇ, ਕਿਸੇ ਮਤਾਂ ਦੇ ਨੇ, ਕਈ ਮਤਾਂ ਦੇ, ਮੈਂ ਨਾਂ ਨਹੀਂ ਲੈਣਾ, ਤੁਸੀਂ ਆਪੇ ਸਮਝ ਜਾਣਾ। ਉਸ ਮਤ ਦੇ ਨਾਲ ਸੰਬੰਧਿਤ ਜਿਹੜੇ ਸਕੂਲ ਹੁੰਦੇ, ਉੱਥੇ ਅਸੀਂ ਜਦੋਂ ਬੱਚੇ ਪੜ੍ਹਨ ਪਾਉਂਦੇ, ਉਹ ਆਪਣੇ ਮਤ ਦਾ ਪ੍ਰਭਾਵ ਪਾਉਂਦੇ ਆ, ਜੋ ਮਰਜ਼ੀ ਹੋ ਜਾਏ। ਭਾਵੇਂ ਕਹਿਣ ਜੀ ਅਸੀਂ ਜੀ ਇੱਥੇ ਕਿਸੇ ਧਰਮ ਦੀ ਕੋਈ ਮਰਿਆਦਾ, ਪਰ ਆਪਣੇ ਮਤ ਦਾ ਉਹਨਾਂ ਪ੍ਰਭਾਵ ਪਾਉਣਾ ਹੀ ਪਾਉਣਾ। ਉਦੋਂ ਕਾਜੀ ਮੌਲਵੀ ਪੜ੍ਹਾਉਂਦੇ ਸੀ ਅਰਬੀ ਫਾਰਸੀ। ਇਸ ਕਰਕੇ ਗੁਰਦੇਵ ਨੇ ਸਖਤ ਹੀ ਮਨਾ ਕਰ ਦਿੱਤਾ ਵੀ ਮੇਰਾ ਸਿੱਖ ਜਿਹੜਾ ਉਹ ਜਾ ਕੇ ਅਰਬੀ ਫਾਰਸੀ ਨਾ ਜਾਵੇ ਪੜ੍ਹਨ ਕਾਜੀਆਂ ਮੌਲਵੀਆਂ ਕੋਲ। ਉਹਨਾਂ ਨੇ ਜਦੋਂ ਆਪਣੀ ਬੋਲੀ ਪੜ੍ਹਾਉਣੀ ਹੈ, ਭਾਈ ਸਾਹਿਬ ਭਾਈ ਸੁਬੇਗ ਸਿੰਘ ਦੇ ਸਪੁੱਤਰ ਸ਼ਹਬਾਜ਼ ਸਿੰਘ ਨੂੰ ਪੜ੍ਹਨ ਜਾਣਾ ਪੈਂਦਾ ਸੀ ਕਾਜੀ ਕੋਲ। ਕਾਜੀ ਨੇ ਕਿਤੇ ਦੇਵੀ ਨੂੰ ਮਾੜੇ ਮਾੜੇ ਸ਼ਬਦ ਬੋਲੇ ਵੀ ਦੇਵੀਆਂ ਹਿੰਦੂਆਂ ਦੀ ਆਹ ਹੁੰਦੀਆਂ। ਉਹਨੇ ਅੱਗੋਂ ਇੰਨਾ ਹੀ ਕਿਹਾ ਵੀ ਜੇ ਤੁਹਾਡੇ ਇਸਲਾਮ ਧਰਮ ਦੇ ਪੈਗੰਬਰਾਂ ਨੂੰ ਕੋਈ ਮਾੜਾ ਕਵੇ, ਉੱਥੇ ਹੀ ਫੜ ਕੇ ਗ੍ਰਿਫਤਾਰ ਕਰ ਲਿਆ। ਭਾਈ ਸੁਬੇਗ ਸਿੰਘ ਨੂੰ ਵੀ ਸ਼ਹੀਦ ਕੀਤਾ, ਸ਼ਹਬਾਜ਼ ਸਿੰਘ ਨੂੰ ਵੀ। ਤੋ ਗੁਰਦੇਵ ਜਾਣਦੇ ਸਨ ਵੀ ਇਹ ਵਰਤਾਰਾ ਹੋਣਾ, ਇਹ ਬੱਚਿਆਂ ਨੂੰ ਗਲਤ ਜਿਹੜਾ ਪ੍ਰਭਾਵ ਆਪਣਾ ਪਾਉਣਗੇ। ਇਸ ਕਰਕੇ ਗੁਰਦੇਵ ਕਹਿੰਦੇ ਅਰਬੀ ਫਾਰਸੀ ਨਹੀਂ ਪੜ੍ਹਾਉਣੀ। ਉਸ ਵੇਲੇ ਪੜ੍ਹਾਉਣੀ ਵਿਹਿਤ ਨਹੀਂ ਸੀ, ਯੋਗ ਨਹੀਂ ਸੀ। ਕਾਜੀ ਮੌਲਵੀ ਪੜ੍ਹਾਉਂਦੇ ਸੀ, ਉਹ ਆਪਣਾ ਅਸਰ ਪ੍ਰਭਾਵ ਪਾਉਂਦੇ ਸੀ। ਪਹਿਲਾਂ ਗੁਰਮੁਖੀ ਪੜ੍ਹਨ ਲਾਉਣਾ ਹੈ। ਹਾਂਜੀ। ਮੁਖ ਤੇ ਨਿਸ ਦਿਨ ਗੁਰ ਗੁਰ ਰਟਾ, ਔਰ ਆਪਣੇ ਮੁਖੋਂ ਰਾਤ ਦਿਨ ਵਾਹਿਗੁਰੂ 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 ਇਹ ਪਾਵਨ ਨਾਮ ਆਪਣੀ ਰਸਨਾ ਤੋਂ ਗੁਰਸਿੱਖ ਜਪੇ। ਨਹੀਂ ਤੁਰਕ ਕੋ ਸੀਸ ਨਿਵਾਵੇ, ਕਿਸੇ ਤੁਰਕ ਨੂੰ ਆਪਣਾ ਸੀਸ ਨਾ ਨਿਵਾਵੇ। ਮਲੇਛਾਂ ਦੇ ਨਾਲ ਸਾਡਾ ਯੁੱਧ ਸੀ, ਜੰਗ ਸੀ। ਕਿਸੇ ਤੁਰਕ ਨੂੰ ਆਪਣਾ ਸੀਸ ਨਾ ਝੁਕਾਵੇ, ਸਜਦਾ ਨਾ ਕਰੇ ਕਿਸੇ ਤੁਰਕ ਨੂੰ। ਹਾਂਜੀ। ਨਿਹ ਸੰਗਤ ਬੈਠੇ ਨਹਿ ਖਾਵੇ, ਨਾ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਉਹਨਾਂ ਕੋਲੋਂ ਖਾਵੇ। ਉਹਨਾਂ ਨੇ ਪਤਾ ਨਹੀਂ ਕਿਸ ਤਰੀਕੇ ਨਾਲ ਕੀ ਬਣਾਇਆ ਹੋਣਾ, ਉਹਨਾਂ ਕੋਲ ਬਹਿ ਕੇ ਛਕੇ ਵੀ ਨਾ, ਖਾਵੇ ਵੀ ਨਾ। ਹਾਂਜੀ। ਚਾਕਰ ਬਣ ਜੀਵ ਕਾਹੇਤ, ਕਿਉਂ ਨਾ ਖਾਵੇ? ਕਿਉਂਕਿ ਵੈਰ ਸੀ ਉਹਨਾਂ ਨਾਲ, ਦੁਸ਼ਮਣੀ ਸੀ। ਤੇ ਦੁਸ਼ਮਣੀ ਹੋਵੇ ਜਿਨ੍ਹਾਂ ਨਾਲ ਬਹਿ ਕੇ ਜਦੋਂ ਖਾਏਗਾ, ਖਬਰੇ ਖਾਣੇ ਵਿੱਚ ਕੀ ਮਿਲਾ ਕੇ ਦੇ ਦੇਣ।
ਜ਼ਹਿਰ ਮਿਲਾ ਕੇ ਦੇ ਦੇਣ ਜਾਂ ਕੋਈ ਇਹੋ ਜਿਹੀ ਚੀਜ਼ ਮਿਲਾ ਕੇ ਦੇ ਦੇਣ ਜਿਹਦੇ ਨਾਲ ਨੁਕਸਾਨ ਹੋਵੇ। ਇਸ ਕਰਕੇ ਉਹਨਾਂ ਨਾਲ ਬਹਿ ਕੇ ਖਾਵੇ ਹੀ ਨਾ, ਮਹਾਰਾਜ ਜੀ ਦਾ ਹੁਕਮ ਸੀ। ਇਸ ਕਰਕੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਉਹਨਾਂ ਦੀ ਸੰਗਤ ਵਿੱਚ ਬਹਿ ਕੇ ਖਾਵੇ। ਦੁਬਾਰਾ ਪੜੋ ਜੀ, ਨਹਿ ਸੰਗਤ ਬੈਠੇ ਨਹਿ ਖਾਵੇ। ਨਾ ਉਹਨਾਂ ਦੀ ਸ਼ੋਭਤ 'ਚ ਬੈਠੇ, ਨਾ ਉਹਨਾਂ ਕੋਲ ਬਹਿ ਕੇ ਖਾਵੇ। ਚਾਕਰ ਬਣੈ ਜੀਵ ਕਾਹੇਤ। ਹਾਂ, ਜੇ ਕਿਤੇ ਉਪਜੀਵਕਾ ਲਈ ਤੁਰਕਾਂ ਕੋਲ ਨੌਕਰੀ ਕਰਨੀ, ਰਾਜੇ ਸੀ ਉਹਨਾਂ ਕੋਲ ਨੌਕਰੀਆਂ ਵੀ ਸਿੰਘਾਂ ਨੂੰ ਕਰਨੀਆਂ ਪੈਂਦੀਆਂ ਸੀ। ਮਹਾਰਾਜ ਜੀ ਕਹਿੰਦੇ ਜੇ ਉਪਜੀਵਕਾ ਲਈ ਤੁਹਾਨੂੰ ਉਹਨਾਂ ਕੋਲ ਨੌਕਰੀ ਵੀ ਕਰਨੀ ਪਵੇ, ਧਰੈ ਸ਼ਸਤਰ ਰਨ ਰਹਿ ਸੁਚੇਤ। ਫਿਰ ਸ਼ਸਤਰ ਧਾਰੀ ਹੋ ਕੇ ਰਹੇ ਤੇ ਜੰਗ ਦੇ ਮੈਦਾਨ 'ਚ ਸੁਚੇਤ ਹੋ ਕੇ ਰਹੇ। ਜੇ ਤੁਰਕਾਂ ਦੇ ਕੋਲ ਨੌਕਰੀ ਕਰ ਰਹੇ ਹੋ ਤੇ ਜਿਹਦੇ ਕੋਲ ਨੌਕਰੀ ਕਰ ਰਹੇ ਹੋ, ਫਿਰ ਉਹਦੇ ਲਈ ਵਫਾਦਾਰ ਹੋ ਕੇ ਜੰਗ ਦੇ ਮੈਦਾਨ 'ਚ ਲੜਨਾ। ਫਿਰ ਇਹ ਨਹੀਂ ਸੋਚਣਾ ਵੀ ਇਹ ਤੁਰਕਾਂ ਨਾਲ ਸਾਡਾ ਜੰਗ ਯੁੱਧ ਹੁੰਦਾ, ਹੁਣ ਮੌਕਾ ਮਿਲਿਆ ਅਸੀਂ ਇਹਨਾਂ ਦਾ ਖਾ ਕੇ ਤੇ ਹੁਣ ਇਹਨਾਂ ਦੇ ਖਿਲਾਫ ਚੱਲੀਏ। ਐਸਾ ਨਹੀਂ ਮਹਾਰਾਜ ਜੀ ਕਹਿੰਦੇ। ਵੇਖੋ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਰਤਾਰ ਵੇਖੋ ਮਹਾਰਾਜ ਸਿੱਖ ਨੂੰ ਸਿਖਾ ਰਹੇ ਨੇ, ਜੇ ਉਪਜੀਵਕਾ ਲਈ ਤੁਹਾਨੂੰ ਕਿਸੇ ਤੁਰਕ ਦੇ ਕੋਲ ਨੌਕਰੀ ਕਰਨੀ ਪੈ ਜਾਏ, ਸਮਾਂ ਆਉਣ ਤੇ ਜੇ ਜੰਗ ਦੇ ਮੈਦਾਨ 'ਚ ਤੁਹਾਨੂੰ ਉਸ ਤੁਰਕ ਤੋਂ ਜਿਹਦੇ ਕੋਲ ਤੁਸੀਂ ਨੌਕਰੀ ਕਰ ਰਹੇ ਹੋ ਆਪਣਾ ਆਪ ਕੁਰਬਾਨ ਕਰਨਾ ਪਵੇ ਤਾਂ ਕਰ ਦਿਓ ਜੰਗ ਦੇ ਮੈਦਾਨ 'ਚ। ਫਿਰ ਪਿੱਠ ਨਹੀਂ ਵਿਖਾਉਣੀ ਤੁਸੀਂ ਉੱਥੇ। ਫਿਰ ਉਹਨਾਂ ਦੇ ਜਿਹੜਾ ਲੂਣ ਉਹਨਾਂ ਦਾ ਖਾਣਾ ਉਹ ਫਿਰ ਉੱਤੇ ਹਲਾਲ ਕਰਕੇ ਵਿਖਾਉਣਾ। ਕਬਹੁ ਨ ਠਹਿਰੈ ਲੋਭੀ ਮੀਤ। ਜਿਹੜਾ ਕੋਈ ਲਾਲਚੀ ਮਿੱਤਰ ਹੋਵੇ, ਮਹਾਰਾਜ ਜੀ ਕਹਿੰਦੇ ਉਹਦੇ ਪਾਸ ਕਦੇ ਨਾ ਠਹਿਰੇ। ਲਾਲਚੀ ਮਿੱਤਰ ਦਾ ਤਾਂ ਖਹਿੜਾ ਹੀ ਛੱਡ ਦਿਓ ਵੀ ਜਿਹੜਾ ਤੁਹਾਡਾ ਮਿੱਤਰ ਤੁਹਾਡੇ ਤੋਂ ਲਾਲਚ ਰੱਖਦਾ ਨਾ, ਲਾਲਚੀ ਵਿਰਤੀ ਰੱਖਦਾ, ਇਹੋ ਜਿਹੇ ਲੋਭੀ ਦੇ ਨਾਲ ਮਿੱਤਰਤਾ ਕਰਨ ਦੀ ਲੋੜ ਕੋਈ ਨਹੀਂ। ਕਿਉਂਕਿ ਲੋਭੀ ਮਿੱਤਰ ਦਾ ਮਤਲਬ ਹੁੰਦਾ ਹੈ ਵੀ ਲੋਭੀ ਨੇ ਭੱਖ ਅਪੱਖ ਸਭ ਖਾ ਜਾਣਾ। ਖਾਣ ਯੋਗ ਨਾ ਖਾਣ ਯੋਗ ਉਹਨੇ ਖਾ ਜਾਣਾ। ਜਿਵੇਂ ਕੁੱਤਾ ਹਲਕਿਆ ਹੋਇਆ ਹੁੰਦਾ ਨਾ, ਫਿਰ ਉਹ ਨਹੀਂ ਵੇਖਦਾ ਮੈਂ ਮਾਲਕ ਨੂੰ ਵੱਢਦਾ ਕਿ ਕਿਹਨੂੰ ਵੱਢਦਾ। ਇਸ ਪ੍ਰਕਾਰ ਨਾਲ ਕਹਿੰਦੇ ਜਿਹੜਾ ਲੋਭੀ ਮਿੱਤਰ ਹੋਵੇ ਉਹਦਾ ਤਿਆਗ ਕਰਨਾ। ਸਿੱਖ ਪਹਾੜੀ ਕਰਨ ਪ੍ਰੀਤ। ਜਿਹੜਾ ਸਿੱਖ ਹੈ ਨਾ ਪਹਾੜੀਆਂ ਨਾਲ ਵੀ ਪ੍ਰੀਤ ਨਾ ਕਰੇ। ਜਿਹੜੇ ਆ ਰਾਜੇ ਨੇ ਪਹਾੜੀਏ, ਇਹ ਵਿਸਾਖਾਤ ਕਰਨ ਵਾਲੇ ਨੇ, ਇਹਨਾਂ ਨਾਲ ਵੀ, ਕਿਉਂਕਿ ਉਹਨਾਂ ਨਾਲ ਵੀ ਵਿਰੋਧ ਸੀ ਉਸ ਵੇਲੇ। ਕਲਗੀਧਰ ਜੀ ਨਾਲ ਜੰਗ ਜਿਹੜੇ ਚੜ ਕੇ ਆਉਂਦੇ ਸੀ, ਉਹਨਾਂ ਨਾਲ ਹੁਣ ਪ੍ਰੀਤ ਕਰਨੀ ਥੋੜੀ ਬਣਦੀ ਸੀ। ਜੇ ਉਹਨਾਂ ਪਹਾੜੀਆਂ ਨਾਲ ਕੋਈ ਪ੍ਰੀਤ ਕਰਦਾ, ਉਹ ਹੌਲੇ ਹੌਲੇ ਪ੍ਰੀਤ ਪਾ ਕੇ ਸਿੰਘਾਂ ਦੇ ਕੋਲੋਂ ਭੇਤ ਲੈਂਦੇ, ਗੁਰੂ ਘਰ ਦਾ ਖਾਲਸੇ ਦਾ ਭੇਤ ਲੈਂਦੇ, ਜਸੂਸੀ ਕਰਾਉਂਦੇ। ਇਸ ਕਰਕੇ ਮਹਾਰਾਜ ਜੀ ਨੇ ਵਰਜ ਦਿੱਤਾ ਵੀ ਇਹਨਾਂ ਨਾਲ ਵੀ ਪ੍ਰੀਤ ਨਹੀਂ ਰੱਖਣੀ। ਚਾਰ ਵਰਨ ਸੋ ਵਰਤੈ ਐਸੇ। ਜਿਹੜੇ ਚਾਰ ਵਰਨ ਨੇ, ਖੱਤਰੀ ਬ੍ਰਾਹਮਣ ਸ਼ੂਦਰ ਵੈਸ਼, ਉਹਨਾਂ ਨਾਲ ਇਸ ਤਰ੍ਹਾਂ ਵਰਤੇ। ਸੁਣੋ ਸਿੱਖ ਮਮ ਬਚ ਹੈ ਜੈਸੇ। ਮਹਾਰਾਜ ਜੀ ਕਹਿੰਦੇ ਜਿਵੇਂ ਮੈਂ ਤੁਹਾਨੂੰ ਬਚਨ ਕਰਦਾ ਹਾਂ ਉਹਦੇ ਮੁਤਾਬਕ ਵਰਤੇ। ਬ੍ਰਾਹਮਣ ਚਰਨ ਪਹੁਲੀ ਹੋਵੇ। ਕਹਿੰਦੇ ਅਗਰ ਕੋਈ ਬ੍ਰਾਹਮਣ ਚਰਨ ਪੌਲੀਆ ਹੋਵੇ, ਅਥਵਾ ਸਹਿਜ ਸਿੱਖੀ ਜੋਵੇ, ਜਾਂ ਉਹਨੇ ਸਹਿਜ ਸਿੱਖੀ ਧਾਰਨ ਕੀਤੀ ਹੋਵੇ, ਮੇਰੋ ਸਿਖਿਆਨ ਸਭ ਤਿਆਗੈ। ਔਰ ਜਿਹੜਾ ਮੇਰੀ ਸਿੱਖਿਆ ਨੂੰ ਤਿਆਗ ਦੇਵੇ। ਉਦਾਂ ਉਹ ਪੌਲੀਆ ਵੀ ਹੋਵੇ, ਉਹਨੇ ਸਹਿਜ ਧਾਰੀ ਸਿੱਖੀ ਵੀ ਧਾਰਨ ਕੀਤੀ ਹੋਵੇ ਬ੍ਰਾਹਮਣ ਨੇ, ਪਰ ਉਹ ਮੇਰੀ ਸਿੱਖਿਆ ਨਾ ਧਾਰਨ ਕੀਤੀ ਹੋਵੇ, ਉਸਨੇ ਬਾਹਰੋਂ ਉਹਨੇ ਭੇਖ ਬਣਾਇਆ ਹੋਵੇ। ਭੇਖੀ ਬਾਹਮਣ ਦਾਨ ਨ ਲਾਗੇ। ਕਹਿੰਦੇ ਇਹੋ ਜਿਹਾ ਬਾਹਮਣ ਕੇਵਲ ਇਸ ਕਰਕੇ ਭੇਖੀ ਬਣ ਕੇ ਆਇਆ ਸਿੱਖਾਂ ਵਿੱਚ ਵੀ ਦਾਨ ਲੈਣਾ ਸਿੱਖਾਂ ਕੋਲੋਂ। ਮਹਾਰਾਜ ਜੀ ਕਹਿੰਦੇ ਇਹੋ ਜਿਹੇ ਭੇਖੀ ਬਾਹਮਣ ਨੂੰ ਦਿੱਤਾ ਹੋਇਆ ਦਾਨ ਤੁਹਾਨੂੰ ਫਲੀਭੂਤ ਨਹੀਂ ਹੋਣਾ। ਕਿਉਂਕਿ ਉਦੋਂ ਇਹ ਵੀ ਵਰਤਾਰਾ ਵਰਤਿਆ ਸੀ ਵੀ ਕੁਝ ਬ੍ਰਾਹਮਣ ਜਾਣ ਕੇ ਸਿੱਖੀ ਲਿਫਾਸ ਧਾਰਨ ਕਰਕੇ ਗੁਰੂ ਘਰ ਆ ਕੇ ਸਿੱਖਾਂ ਕੋਲੋਂ ਮੰਗਦੇ ਸੀ। ਖਾਲਸੇ ਦੇ ਰਾਜ ਸਮੇਂ ਵੀ ਮੰਗਦੇ ਸੀ। ਮਹਾਰਾਜ ਜੀ ਕਹਿੰਦੇ ਵੀ ਜਿਹੜਾ ਭੇਖੀ ਹੈ, ਸਿੱਖਿਆ ਨਹੀਂ ਧਾਰਨ ਕੀਤੀ, ਬਸ ਭੇਖ ਬਣਾਇਆ, ਇਹੋ ਜਿਹੇ ਬਾਹਮਣ ਨੂੰ ਦਾਨ ਨਾ ਕਰੇ। ਹਾਂਜੀ, ਦਿਜ ਲੋਭੀ ਨਹਿ ਨਿਕਟ ਬੁਲਾਵੇ। ਜਿਹੜਾ ਕੋਈ ਬਾਹਮਣ ਲੋਭੀ ਲਾਲਚੀ ਹੈ ਉਹਨੂੰ ਵੀ ਦਾਨ ਨਹੀਂ ਕਰਨਾ। ਸਿੱਖ ਨੇ ਦਾ ਦਾਨ ਖਾਲਸੇ ਨੂੰ ਹੀ ਕਰਨਾ। ਮੇਰੋ ਹੋਏ ਸਮੁਖ ਨਹਿ ਲਾਵੇ। ਮਹਾਰਾਜ ਕਹਿੰਦੇ ਜਿਹੜਾ ਮੇਰਾ ਉਹ ਕਿਸੇ ਲਾਲਚੀ ਬ੍ਰਾਹਮਣ ਨੂੰ ਆਪਣੇ ਨੇੜੇ ਨਾ ਲਾਵੇ। ਲਾਲਚੀ ਬਾਹਮਣ ਕਿਹੜੇ ਹੁੰਦੇ ਆ? ਜਿਹੜੇ ਹੱਥ ਜਾ ਫੜ ਕੇ ਆਖਣ ਆਹ ਤੇਰੀ ਰੇਖਾ ਨਾ ਥੋੜੀ ਜਿਹੀ ਠੀਕ ਨਹੀਂ ਲੱਗਦੀ, ਇੱਥੇ ਲੱਗਦਾ ਹੈ ਕੁਝ ਰਾਹੂ ਚੱਕਰ ਹੈ,
ਫਿਰ ਆਖੇ ਕਿਵੇਂ ਦੂਰ ਹੋਵੇ, ਉਪਾਅ ਦੱਸਣਾ ਹੈ, ਕਰਨਾ ਪੈਣਾ ਤੈਨੂੰ। ਕੀ ਉਪਾਅ ਹੈ? ਰੱਖ ਇੱਥੇ 1100 ਰੁਪਈਆ, ਰੱਖ 1001 ਰੁਪਈਆ, ਰੱਖ ਇੱਥੇ 11101 ਰੁਪਈਆ। ਜਿਹੜੇ ਇਹੋ ਜਿਹੇ ਲੋਭੀ ਬਾਹਮਣ ਨੇ ਉਹਨਾਂ ਦੇ ਨੇੜੇ ਨਹੀਂ ਲੱਗਣਾ, ਮਹਾਰਾਜ ਜੀ ਕਹਿੰਦੇ ਸਿੱਖ ਨੇ। ਆ ਤੁਸੀਂ ਹੁਣ ਵੀ ਹਿੰਦੂ ਵੀਰਾਂ ਦੇ ਧਰਮ ਸਥਾਨਾਂ ਤੇ ਜਾਈਏ ਨਾ, ਭੱਜ ਆਉਂਦੇ, ਸਾਡੇ ਕੋਲ ਪਿੰਡ ਤਰਾਓ, ਸਾਡੇ ਕੋਲ ਆਹ ਕਰੋ। ਉਹ ਅੱਗੇ ਅੱਗੇ ਆਉਂਦੇ ਬ੍ਰਾਹਮਣ, ਲਾਲਚੀ ਬਿਰਤੀ ਹੁੰਦੀ ਆ ਇਹਨਾਂ ਦੀ। ਇਹੋ ਜਿਹੇ ਲਾਲਚੀ ਬ੍ਰਾਹਮਣ ਦਾ ਕਿਆ ਸੰਗ ਕਰਨਾ ਹੋਇਆ। ਮਹਾਰਾਜ ਕਹਿੰਦੇ ਜਿਹੜਾ ਮੇਰਾ ਉਹ ਇਹਨਾਂ ਦੇ ਨੇੜੇ ਵੀ ਨਾ ਜਾਵੇ, ਇਹਨਾਂ ਨੂੰ ਮੂੰਹ ਵੀ ਨਾ ਲਾਵੇ, ਇਹੋ ਜਿਹੇ ਪਖੰਡੀਆਂ ਦੰਭੀਆਂ ਨੂੰ। ਹਾਂ, ਕੋਈ ਬ੍ਰਹਮ ਨੂੰ ਜਾਣਨ ਵਾਲਾ ਬ੍ਰਾਹਮਣ ਹੋਵੇ। ਭਗਤ ਜੈਦੇਵ ਜੀ ਵੀ ਬ੍ਰਾਹਮਣ ਸਨ। ਕੈਸੇ ਉੱਚ ਅਵਸਥਾ ਦੇ ਬ੍ਰਾਹਮਣ ਹੋਣਗੇ, ਅਸਲ ਵਿੱਚ ਬ੍ਰਾਹਮਣ ਸਨ, ਜਿਨ੍ਹਾਂ ਦੀ ਬਾਣੀ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ। ਰਵਿਦਾਸ ਜੀ ਵੀ ਬ੍ਰਹਮ ਨੂੰ ਜਾਣਨ ਵਾਲੇ, ਭਾਵੇਂ ਸ਼ੂਦਰਾਂ ਦੇ ਘਰੇ ਜਨਮੇ ਨੇ, ਉਹ ਬ੍ਰਾਹਮਣ ਹੀ ਨੇ। ਕਿਉਂਕਿ ਕਬੀਰ ਜੀ ਮਹਾਰਾਜ ਜੀ ਕਹਿੰਦੇ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਨੂੰ ਜਾਣ ਲਵੇ। ਤੇ ਜਿਹੜਾ ਕੇਵਲ ਬ੍ਰਾਹਮਣਾਂ ਦੇ ਘਰੇ ਜੰਮ ਕੇ ਕਹੇ ਮੈਂ ਬ੍ਰਾਹਮਣ ਹਾਂ, ਮੇਰੀ ਪੂਜਾ ਹੋਵੇ, ਮਹਾਰਾਜ ਜੀ ਕਹਿੰਦੇ ਨਹੀਂ ਭਾਈ, ਉਹਦਾ ਸੰਗ ਨਹੀਂ ਕਰਨਾ। ਔਰ ਦਾਨ ਖਾਲਸੇ ਨੂੰ ਹੀ ਦੇਣਾ। ਅੱਗੇ ਹੋਰ ਬਚਨ ਮਹਾਰਾਜ ਜੀ ਸਿੱਖਾਂ ਨੂੰ ਦੱਸ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਬਨਾਸ, ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ, ਹੇ ਸੰਗੀ ਹੈ ਨਿਰੰਕਾਰ, ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਕੈ ਸਦਾ ਬਵੇਕ, ਹੇ ਅਪਰੰਪਰ ਹਰ ਹਰੇ, ਪੀ ਹੋਵਨਹਾਰ, ਹੇ ਸੰਤਹ ਕੈ ਸਦਾ ਸੰਗ, ਦਾਰਾਇਦਾਰ, ਹੇ ਠਾਕੁਰ ਹੋ ਦਾਸਰੋ, ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰੱਖੋ ਹੀ ਗੈ ਪਰੋਏ, ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜ੍ਹ ਸਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰ ਨਹਾਰ, ਵਾਹਿਗੁਰੂ ਨਾਮ ਜਹਾਜ ਹੈ, ਚੜ੍ਹ ਸਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰ ਨਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।